ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਂਦੀ ਹੈ, ਚੋਣਾਂ ਜਿੱਤਦੀ ਹੈ, ਤਾਂ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਬੜੀ ਰਾਜਸੀ ਸਥਿਰਤਾ ਦਾ ਮਾਹੌਲ ਸੀ। ਪੰਜਾਬ ਦੇ ਵਿੱਚ ਬੜਾ ਅਜੀਬ ਫੀਨੋਮੀਨਨ ਸ਼ੁਰੂ ਹੋ ਗਿਆ ਕਿ ਬਾਹਰ ਬੈਠੇ ਜਿਹੜੇ ਲੋਕ ਹੈ ਉਹ ਗੈਂਗਸਟਰਾਂ ਨੂੰ ਡਾਇਰੈਕਟ ਕਰ ਰਹੇ ਹੈ। ਇੱਥੇ ਕਦੀ ਉਹ ਪੁਲਿਸ ਸਟੇਸ਼ਨਾਂ 'ਤੇ ਹਮਲੇ ਕਰਾ ਰਹੇ ਹੈ, ਕਦੀ ਉਹ ਉੱਦਾਂ ਕੋਈ ਨਾ ਕੋਈ ਧਮਾਕਾ ਕਰਾਉਣ ਦੀ ਕੋਸ਼ਿਸ਼ ਕਰਦੀ ਹੈ। ਪੰਜਾਬ 'ਚ ਨਸ਼ੇ ਜਿਹੜੇ ਨੇ ਉਹ ਬੰਦ ਹੋਣ ਉਹਦੇ 'ਚ ਕੋਈ ਤਬਦੀਲੀ ਅਜੇ ਆਉਂਦੀ ਨਜ਼ਰ ਨਹੀਂ ਆ ਰਹੀ। ਔਰ ਦੂਜਾ ਇਸ਼ੂ ਸੀ ਜਿਹੜਾ ਕਿ ਕੇਜਰੀਵਾਲ ਨੇ ਕਿਹਾ ਸੀ 1 ਮਹੀਨੇ 'ਚ ਹੱਲ ਕਰ ਦਿਆਂਗੇ, ਬੇਅਦਬੀਆਂ ਦਾ ਹੈਗਾ ਔਰ ਦੋਸ਼ੀਆਂ ਨੂੰ ਸਜ਼ਾ ਦੇ। ਵੀ ਫਿਰ 9 ਮਹੀਨੇ 'ਚ ਅਜੇ ਤੱਕ ਕੁਝ ਨਹੀਂ ਹੋਇਆ। ਬੇਅਦਬੀ ਦੇ ਮਾਮਲੇ ਦੇ ਉੱਤੇ ਜੋ ਕੁਝ ਉਹਨਾਂ ਨੇ ਭਰੋਸੇ ਦਿੱਤੇ ਸੀ ਲੋਕਾਂ ਨੂੰ, ਉਹ ਬੇਅਦਬੀ ਦੀਆਂ ਘਟਨਾਵਾਂ ਦਾ ਜਿਹੜਾ ਮਾਮਲਾ ਹੈ ਉਹ ਉਸ ਤਰ੍ਹਾਂ ਹੀ ਉੱਥੇ ਰਾਹ ਵਿੱਚ ਅਟਕਿਆ ਹੋਇਆ ਔਰ ਬਕਾਇਦਾ ਉੱਥੇ ਮੋਰਚਾ ਚੱਲ ਰਿਹਾ, ਭਾਵੇਂ ਕਿ ਸਰਕਾਰ ਵੱਲੋਂ ਬਾਰ-ਬਾਰ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ। ਮਾਨ ਨੂੰ ਸ਼ਾਇਦ ਕੰਮ ਤੇ ਕੀਤਾ ਜਾਂਦਾ ਦੇ ਰਿਹਾ ਔਰ ਉਤੋਂ ਦਖਲ ਇਹ ਦਿੱਤਾ ਜਾ ਰਿਹਾ ਕਿ ਹਰ ਗੱਲ ਦੇ ਵਿੱਚ ਜਿੰਨੇ ਫੈਸਲੇ ਨੇ ਉਹ ਦਿੱਲੀ ਤੋਂ ਹੋ ਰਹੇ ਨੇ। ਆਮ ਆਦਮੀ ਪਾਰਟੀ ਨੇ ਬੜੇ ਰੈਵੋਲੂਸ਼ਨਰੀ ਔਰ ਬੜੇ ਹੀ ਇੱਕ ਅਲੱਗ ਢੰਗ ਨਾਲ ਰਾਜ ਕਰਨ ਦੇ ਵਾਅਦੇ ਕੀਤੇ ਸੀ ਔਰ ਕਈ ਤਰ੍ਹਾਂ ਦੀਆਂ ਲੋਕ ਲੁਭਾਵਣੀਆਂ ਅਨਾਉਂਸਮੈਂਟਾਂ ਵੀ ਕੀਤੀਆਂ ਸੀ ਆਪਣੇ ਮੈਨੀਫੈਸਟੋ ਦੇ ਵਿੱਚ। ਮੈਨੂੰ ਲੱਗਦਾ ਹੈ ਕਿ ਸਰਕਾਰ ਦੀ ਬਹੁਤ ਵੱਡੀ ਪ੍ਰੋਬਲਮ ਆ ਰਹੀ ਹੈ ਕਿ ਇਹਨਾਂ ਦੇ ਵਿੱਚ ਇਹ ਨਹੀਂ ਸਮਝ ਪੈ ਰਹੀ ਕਿ ਰਾਜ ਕਰਨ ਵਾਲਾ ਕੌਣ ਹੈ, ਕੌਣ ਸਰਕਾਰ ਨੂੰ ਚਲਾ ਰਿਹਾ ਹੈ ਔਰ ਕੌਣ ਫੈਸਲੇ ਲੈ ਰਿਹਾ ਹੈ। ਇਹ ਜਿਹੜਾ ਮੀਡੀਆ ਦਾ ਕੰਟਰੋਲ ਹੈ ਉਹ ਇਹ ਪਾਰਟੀ ਔਰ ਇਹ ਸਰਕਾਰ ਕਿਸ ਢੰਗ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਸ ਦੇ ਜਿਹੜੇ ਮੰਤਰੀ ਜ਼ਿਆਦਾਤਰ ਜਿਹੜੇ ਸੀਗੇ ਉਹ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਫਸੇ ਹੋਏ ਆ। ਪੂਰੇ ਦੇਸ਼ ਦੇ ਵਿੱਚ ਹੀ ਕਾਂਗਰਸ ਹੁਣ ਤੱਕ ਖਿਲਰੀ ਪੁਲਰੀ ਰਹੀ ਹੈ। ਯੈਸ। ਤੇ ਪੰਜਾਬ ਦੇ ਵਿੱਚ ਇਹਦਾ ਜ਼ਿਆਦਾ ਮਾੜਾ ਹਾਲ ਹੋਇਆ, ਖਾਸ ਕਰਕੇ ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਜਾਖੜ ਸਾਹਿਬ ਪਾਰਟੀ ਨੂੰ ਛੱਡ ਕੇ ਅਲਵਿਦਾ ਕਹਿ ਕੇ ਅਲਟੀਮੇਟਲੀ ਬੀਜੇਪੀ ਦੇ ਵਿੱਚ ਚਲੇ ਜਾਂਦੇ ਆ। ਭਾਰਤ ਜੋੜੋ ਯਾਤਰਾ ਕਾਂਗਰਸ ਨੇ ਸ਼ੁਰੂ ਕੀਤੀ ਹੈ ਤੇ ਰਾਹੁਲ ਗਾਂਧੀ ਅਗਲੇ ਦਿਨਾਂ 'ਚ ਪੰਜਾਬ ਆਉਣਗੇ, ਉਦੋਂ ਵੀ ਇਸ ਗੱਲ ਦਾ ਜਿਹੜਾ ਝਲਕਾਰਾ ਸਾਨੂੰ ਦੇਖਣ ਨੂੰ ਮਿਲੇਗਾ ਕਿ ਕਾਂਗਰਸ ਪਾਰਟੀ ਕਿਸ ਸਥਿਤੀ 'ਚ ਹੈ ਤੇ ਹੁਣ ਅੱਗੇ ਕੀ ਕੁਝ ਕਰ ਸਕਦੀ। ਤੋਂ ਹੁਣ ਇਹ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਜੇ ਬੀਜੇਪੀ ਦਾ ਬਦਲ ਬਣ ਕੇ ਉੱਭਰ ਸਕਦੀ ਹੈ ਪਾਰਟੀ, ਤਾਂ ਕਾਂਗਰਸ ਦੇ ਵਿੱਚ ਅਜੇ ਸੰਭਾਵਨਾਵਾਂ ਹੈਗੀਆਂ ਨੇ। ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਜੇਲ੍ਹ 'ਚ ਛੁੱਟ ਕੇ ਆਉਣਗੇ ਤੇ ਮੈਂ ਸਮਝਦਾ ਕਿ ਉਹਦੇ ਲਈ ਉਹ ਸਭ ਬਦਲੇਗਾ। ਅਗਰ ਪਾਰਟੀ ਨੂੰ ਮੁੜ ਕੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਦੀ ਹੈ, ਉਹ ਬੰਦੇ ਨਾਲ ਜੋੜ ਵੀ ਸਕਦੇ ਆ। ਉਹਨਾਂ ਦੀ ਆਪਣੀ ਵੀ ਪੋਜ਼ਿਟਿਵ ਹੈ ਕਿ ਬੀਜੇਪੀ ਹੁਣ ਜ਼ੋਰ ਲਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੇਂਡੂ ਖੇਤਰਾਂ 'ਚ ਜਾਂ ਸਿੱਖਾਂ ਦੇ ਵਿੱਚ ਕਿਵੇਂ ਨਾ ਕਿਵੇਂ ਐਂਟਰੀ ਕੀਤੀ ਜਾਵੇ। ਦੇਸ਼ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ, ਉਸ ਤੋਂ ਲੱਗਦਾ ਹੈ ਕਿ ਵੀ ਵਿਚਾਰਧਾਰਾ ਦਾ ਕੋਈ ਅਰਥ ਨਹੀਂ, ਸਿਰਫ ਕੁਰਸੀ ਕਿੱਥੋਂ ਮਿਲ ਸਕਦੀ ਹੈ, ਤੁਹਾਨੂੰ ਸੱਤਾ ਕਿੱਥੋਂ ਮਿਲ ਸਕਦੀ ਹੈ, ਉੱਥੇ ਹੀ ਜਾ ਰਹੇ ਆ ਸਾਰੇ। ਅਕਾਲੀ ਦਲ ਬੀਜੇਪੀ ਦਾ ਇੱਕ ਸਿੱਖਾਂ ਦਾ ਵਿੰਗ ਬਣ ਕੇ ਰਹਿ ਗਿਆ, ਆਪਾਂ ਇਹ ਵੀ ਕਹਿ ਸਕਦੇ ਹਾਂ, ਇਹ 'ਚ ਕੋਈ ਅਤਕਥਨੀ ਨਹੀਂ ਹੈ। ਜਿਹੜਾ ਅਕਾਲੀ ਦਲ ਨੇ ਵੀ ਜਦੋਂ ਆਪਣੇ ਆਪ ਨੂੰ ਪੰਜਾਬੀ ਪਾਰਟੀ ਦੇ ਤੌਰ ਤੇ ਪੇਸ਼ ਕਰਨਾ ਸ਼ੁਰੂ ਕੀਤਾ, ਤਾਂ ਉਸ ਸਮੇਂ ਹੀ ਉਹਨਾਂ ਨੂੰ ਪੰਜਾਬ ਵਿੱਚ ਵੀ ਸੱਤਾ ਜਿਹੜੀ ਹੈ ਉਹਨਾਂ ਦੀ ਸਥਿਰ ਰਹੀ ਹੈ। ਉਹ ਆਗੂ ਜਿਹੜੇ ਦੂਸਰੇ ਸਿੱਖ ਧਰਮ ਤੋਂ ਇਲਾਵਾ ਹੋਰ ਧਰਮਾਂ ਦੇ ਨਾਲ ਸੰਬੰਧ ਸੀ, ਮਾਈਨੋਰਿਟੀ ਨਾਲ ਸੰਬੰਧ ਸੀ, ਜਾਂ ਇੱਥੋਂ ਤੱਕ ਕਿ ਹਿੰਦੂ ਜਿਹੜੇ ਸੀ ਉਹਨਾਂ ਨੂੰ ਮੰਤਰੀ ਕੈਬਨਿਟ ਦੇ ਵਿੱਚ ਵੀ ਲਿਆ, ਤੇ ਇਸ ਕਰਕੇ ਪੰਜਾਬ ਦਾ ਤਾਂ ਕਦੇ ਇਹ ਰਹੇ ਹੀ ਨਹੀਂ ਜੀ। ਇਹ ਸਾਰੀ ਸਥਿਤੀ 'ਚ ਲੱਗਦਾ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਵਿਚਾਰਧਾਰਾ ਨੂੰ ਛੱਡ ਕੇ ਪਾਸੇ ਜਾ ਰਹੇ ਆ, ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਇਤਫਾਕ ਹੀ ਕਿਹਾ ਜਾ ਸਕਦਾ ਹੈ ਕਿ 2022 ਜਦੋਂ ਜਾ ਰਿਹਾ ਹੈ ਤਾਂ ਇਸ ਸਾਲ ਦੀ ਇਸ ਵੇਲੇ ਦੀ ਆਪਾਂ ਆਖਰੀ ਡਿਬੇਟ ਕਰ ਰਹੇ ਹਾਂ। ਫਿਰ ਨਵੇਂ ਸਾਲ 'ਚ ਦਾਖਲ ਹੋਵਾਂਗੇ, ਨਵੀਆਂ ਗੱਲਾਂ। ਇਹ ਵੀ ਇਤਫਾਕ ਕਹੋ ਜਾਂ ਜਿਹੜੇ ਸਾਡੇ ਸੀਨੀਅਰ ਜਰਨਲਿਸਟ ਹੈ ਉਹਨਾਂ ਦੀ ਸਹਿਮਤੀ ਕਹੋ ਕਿ ਅੱਜ ਦੀ ਜਿਹੜੀ ਡਿਬੇਟ ਹੈ ਉਹ ਪੰਜਾਬ 2022 'ਚ ਕਿਸ ਤਰ੍ਹਾਂ ਦਾ ਨਿਕਲਿਆ, ਖਾਸ ਤੌਰ 'ਤੇ ਰਾਜਸੀ ਨਜ਼ਰੀਏ ਤੋਂ ਪੰਜਾਬ 'ਚ ਜਦੋਂ ਇਲੈਕਸ਼ਨਸ ਆਈਆਂ ਵਿਧਾਨ ਸਭਾ ਦੀਆਂ, ਕਿਸ ਤਰ੍ਹਾਂ ਆਪ ਦੀ ਹਨੇਰੀ ਝੁੱਲੀ, ਵੱਡੀਆਂ ਆਸਾਂ ਅਤੇ ਉਮੀਦਾਂ, ਕੀ ਬਦਲਿਆ ਪੰਜਾਬ, ਵਿਰੋਧੀ ਧਿਰਾਂ ਜਿਹੜੀਆਂ ਕਾਫੀ ਹੱਦ ਤੱਕ ਹਾਸ਼ੀਏ 'ਤੇ ਚਲੀਆਂ ਗਈਆਂ, ਕਿ ਉਹ ਸਮਾਂ ਬਦਲਣ ਦੇ ਨਾਲ ਵੀ ਉਹਨਾਂ 'ਚ ਕੋਈ ਉਭਾਰ ਆਇਆ।
ਨਵੀਆਂ ਤਬਦੀਲੀਆਂ ਦੀ ਆਪਾਂ ਗੱਲ ਕਰਦੇ ਹਾਂ ਤਾਂ ਅੱਜ ਕੱਲ੍ਹ ਮੀਡੀਆ ਦੇ ਵਿੱਚ ਨਵਜੋਤ ਸਿੱਧੂ ਦੇ ਜੇਲ੍ਹ 'ਚੋਂ ਬਾਹਰ ਆਉਣ ਨਾਲ ਕਿਸ ਤਰ੍ਹਾਂ ਦੀ ਰਾਜਸੀ ਹਲਚਲ ਹੋਏਗੀ ਉਹ ਵੀ ਮੀਡੀਆ 'ਚ ਦੇਖਣ ਨੂੰ ਮਿਲਦੀ ਹੈ। ਤੇ ਇਹ ਵੀ ਇਤਫਾਕ ਹੀ ਕਿਹਾ ਜਾ ਸਕਦਾ ਹੈ ਜਦੋਂ ਹੁਣ ਆਪਾਂ ਡਿਬੇਟ 'ਚ ਬੈਠੇ ਹਾਂ ਤਾਂ ਉਸ ਵੇਲੇ ਪੰਜਾਬ ਸਰਕਾਰ ਦੇ ਵਿਜੀਲੈਂਸ ਅਧਿਕਾਰੀਆਂ ਵੱਲੋਂ ਇੱਕ ਸ਼ਿਕਾਇਤ ਜਿਹੜੀ ਸਾਬਕਾ ਮੁੱਖ ਮੰਤਰੀ ਚਰਨ ਸਿੰਘ ਚੰਨੀ ਉਹਨਾਂ ਦੇ ਜਿਹੜੇ ਬੇਟੇ ਦੇ ਵਿਆਹ ਦੇ ਖਰਚੇ ਨੂੰ ਲੈ ਕੇ ਕਿਸੇ ਤਰੀਕੇ ਨਾਲ ਚਮਕੌਰ ਸਾਹਿਬ ਜਿਹੜਾ ਪ੍ਰੋਜੈਕਟ ਸੀ ਉਹਦੇ ਨਾਲ ਜੋੜ ਕੇ ਕਿਸ ਤਰੀਕੇ ਨਾਲ ਜਿਹੜਾ ਹੈਗਾ ਵਿਆਹ ਦੇ ਖਰਚੇ 'ਚ ਕਾਲਾ ਮਾਲਾ ਹੋਇਆ ਜਾਂ ਕਿਸ ਤਰ੍ਹਾਂ ਖਰਚੇ ਜੋੜੇ ਗਏ, ਉਹ ਵੀ ਇੱਕ ਜਾਂਚ ਜਿਹੜਾ ਹੈ ਚੰਨੀ ਦੇ ਆਉਂਦੇ ਨਹੀਂ ਲੱਗਦਾ ਕਿ ਨਵੇਂ ਸਾਲ 'ਚ ਨਵੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ। ਹੁਣ ਆਪਾਂ ਮਹਿਮਾਨਾਂ ਦੀ ਜਾਣ ਪਛਾਣ ਕਰਾਉਂਦੇ ਹਾਂ। ਜਾਣ ਪਛਾਣ ਕਰਾਉਣ ਤੋਂ ਪਹਿਲਾਂ ਮੈਂ ਦਰਸ਼ਕਾਂ ਨੂੰ ਇਹ ਜ਼ਰੂਰ ਕਹਿਣਾ ਚਾਹਾਂਗਾ ਕਿ ਕਾਫੀ ਦਿਨਾਂ ਬਾਅਦ ਸੀਨੀਅਰ ਜਰਨਲਿਸਟ ਸਾਡੇ ਨਾਲ ਮੇਰੀ ਬੇਨਤੀ ਪ੍ਰਵਾਨ ਕਰਕੇ ਪੈਨਲ 'ਤੇ ਜੁੜੇ ਆ। ਜਿੱਦਾਂ ਆਪਾਂ ਅਕਸਰ ਜਦੋਂ ਇਹ ਆਉਂਦੇ ਆ ਸੀਨੀਅਰ ਜਰਨਲਿਸਟ ਅਸੀਂ ਇਹੀ ਆਖਦੇ ਹਾਂ ਨਜ਼ਰੀਆ ਦੀ ਡਿਬੇਟ ਮੀਡੀਆ ਦੀਆਂ ਨਜ਼ਰਾਂ। ਸਾਡੇ ਸੀਨੀਅਰ ਜਰਨਲਿਸਟ ਨੇ ਹਰਕਮਲਜੀਤ ਸਿੰਘ ਜੀ, ਏਐਸ ਪ੍ਰਾਸ਼ਰ ਜੀ, ਬਲਵੀਰ ਜੰਡੂ ਜੀ, ਇਸੇ ਤਰੀਕੇ ਨਾਲ ਸਾਡੇ ਹੋਰ ਸੀਨੀਅਰ ਜਰਨਲ ਪ੍ਰੀਤਮ ਰਪਾਲ ਜੀ ਵੀ ਛੇਤੀ ਸਾਡੇ ਨਾਲ ਜੁਆਇਨ ਕਰਨ ਲੱਗੇ ਹੈ। ਸਾਰੇ ਮਹਿਮਾਨਾਂ ਨੂੰ ਮੈਂ ਤੁਹਾਡੇ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਹਰਕਮਲ ਜੀ, ਪਹਿਲਾ ਸਵਾਲ ਮੈਂ ਆਪਣੇ ਕੋਲੋਂ ਲੈਣ ਲੱਗਿਆ। ਜਦੋਂ ਆਪਾਂ 2022 ਦੇ ਬਦਲਾਵ ਦੀ ਗੱਲ ਕਰਦੇ ਹਾਂ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਵੱਡਾ ਬਦਲਾਵ ਜਾਂ ਵੱਡੀ ਹਨੇਰੀ ਜਿਹੜੀ ਪੋਲੀਟੀਕਲ ਤੌਰ 'ਤੇ ਸੱਤਾ 'ਚ ਤਬਦੀਲੀ ਦੇ ਦੌਰਾਨ ਆਈ ਅਤੇ ਪਰ ਕੀ ਜਿਹੜੇ 8-9 ਮਹੀਨੇ ਨਿਕਲ ਗਏ ਹੈ ਇਸ ਸਾਲ ਦੇ ਦੌਰਾਨ ਉਹ ਬਦਲਾਵ ਕਿਹੋ ਜਿਹਾ ਨਜ਼ਰ ਕੀ ਬਦਲਿਆ ਕੁਝ ਪੰਜਾਬ? ਇਸ ਮੁੱਦੇ 'ਤੇ ਮੈਂ ਤੁਹਾਡੇ ਤੋਂ ਸਵਾਲ ਲੈਣਾ ਚਾਹਾਂਗਾ। ਜੀ ਹਰਕਮਲ ਜੀ। ਦੇਖੋ, ਪੰਜਾਬੀਆਂ ਨੇ ਤੇ ਜੋ ਮੈਨੂੰ ਨਜ਼ਰ ਆਉਂਦਾ ਹੈ ਬਦਲਾਅ ਲਈ ਵੋਟ ਕੀਤਾ ਸੀ, ਜਿਸ ਨਾਲ ਪੰਜਾਬੀਆਂ ਨੇ ਇੱਕ ਤਰਫਾ ਆਮ ਆਦਮੀ ਪਾਰਟੀ ਨੂੰ ਵੋਟ ਪਾਈ। ਉਹਦੇ ਤੋਂ ਬੜਾ ਸਪਸ਼ਟ ਸੀ ਕਿ ਇਹ ਵੋਟ ਜਿਹੜੀਆਂ ਰਵਾਇਤੀ ਮੌਜੂਦਾ ਪਾਰਟੀਆਂ ਸੀ ਉਹਨਾਂ ਨੂੰ ਰੱਦ ਕਰਨ ਲਈ ਔਰ ਠੋਕ ਕੇ ਉਹਨਾਂ ਦੇ ਖਿਲਾਫ ਉਹਨਾਂ ਨੇ ਵੋਟ ਕੀਤਾ ਸੀ। ਜੀ ਦੂਜੀ ਇਹ ਕਿ ਮਹੀਨਿਆਂ 'ਚ ਕੀ ਹੋਇਆ, ਮੈਨੂੰ ਲੱਗਦਾ ਕਿ ਮਿਲਿਆ ਜੁਲਿਆ ਜਾਂ ਤੁਸੀਂ ਕਹਿ ਸਕਦੇ ਹੋ ਇਹਨਾਂ ਦਾ ਕੰਮਕਾਜ ਤੁਸੀਂ ਕਹਿ ਸਕਦੇ ਨੂੰ ਤੋਂ ਬਹੁਤ ਵੱਡੀਆਂ ਉਮੀਦਾਂ ਆਮ ਆਦਮੀ ਪਾਰਟੀ ਤੋਂ। ਲੇਕਿਨ ਕੁਝ ਚੀਜ਼ਾਂ ਜਿਵੇਂ ਤੁਸੀਂ ਕਹਿ ਸਕਦੇ ਹੋ ਕਿ ਜਿਵੇਂ ਕਰਪਸ਼ਨ ਦੇ ਖਿਲਾਫ ਇਹਨਾਂ ਨੇ ਇੱਕ ਮੁਹਿੰਮ ਕੀਤੀ ਪੰਜਾਬ 'ਚ ਆ ਕੇ ਸੱਤਾ 'ਚ ਆਉਣ ਤੋਂ ਬਾਅਦ ਕਈ ਰਜਿਸਟਰ ਕੀਤੇ ਗਏ ਨੇ। ਮੇਰੇ ਖਿਆਲ ਉਹ ਲੋਕੀ ਉਸ ਗੱਲ ਨੂੰ ਪਸੰਦ ਕਰ ਰਹੇ ਨੇ ਕਿ ਕਿਸੇ ਸਰਕਾਰ ਨੇ ਭ੍ਰਿਸ਼ਟ ਅਧਿਕਾਰ ਭ੍ਰਿਸ਼ਟ ਪੋਲੀਟੀਸ਼ੀਅਨ ਕਰਨੀ ਸ਼ੁਰੂ ਕੀਤੀ ਹੈ, ਸ਼ੁਰੂਆਤ ਹੋਈ ਹੈ। ਤੁਸੀਂ ਕਹਿ ਸਕਦੇ ਹੋ ਬਿਜਲੀ ਮੁੱਦਾ ਹੈਗਾ ਉਹਦੇ 'ਚ ਜਿਹੜੀ ਲੋਕਾਂ ਨੂੰ ਥੋੜੀ ਜਿਹੀ ਰਾਹਤ ਮਿਲੀ ਹੈ ਉਹ ਵੀ ਮੇਰੇ ਖਿਆਲ ਉਹਦੇ ਤੋਂ ਖੁਸ਼ ਨੇ। ਹਾਲਾਂਕਿ ਜਿਹੜਾ ਸਾਡਾ ਖਜ਼ਾਨਾ ਹੈਗਾ ਬਹੁਤ ਵੱਡਾ ਬੋਝ ਪੈਣ ਜਾ ਰਿਹਾ ਹੈ ਲੋਕੀ ਫਿਲਹਾਲ ਅਜੇ ਉਹਦੇ ਤੋਂ। ਲੇਕਿਨ ਜਿਹੜੇ ਦੋ ਬਹੁਤ ਅਹਿਮ ਸੀ, ਇੱਕ ਸੀ ਕਿ ਪੰਜਾਬ 'ਚ ਨਸ਼ੇ ਜਿਹੜੇ ਨੇ ਉਹ ਬੰਦ ਹੋਣ, ਉਹਦੇ 'ਚ ਕੋਈ ਤਬਦੀਲੀ ਅਜੇ ਆਉਂਦੀ ਨਜ਼ਰ ਨਹੀਂ ਆ ਰਹੀ। ਔਰ ਦੂਜਾ ਇਸ਼ੂ ਸੀ ਜਿਹੜਾ ਕਿ ਕੇਜਰੀਵਾਲ ਨੇ ਕਿਹਾ ਸੀ 1 ਮਹੀਨੇ 'ਚ ਹੱਲ ਕਰ ਦਿਆਂਗੇ, ਬੇਅਦਬੀਆਂ ਦਾ ਹੈਗਾ ਔਰ ਦੋਸ਼ੀਆਂ ਨੂੰ ਸਜ਼ਾ ਦੇ। ਵੀ ਫਿਲਹਾਲ 9 ਮਹੀਨੇ 'ਚ ਅਜੇ ਤੱਕ ਕੁਝ ਨਹੀਂ ਹੋਇਆ। ਇਹ ਲੋਕਾਂ ਨੂੰ ਇੱਕ ਬੜੀ ਬੜਸੀ ਹੋ ਰਹੀ ਹੈ ਕਿ ਇਹਨਾਂ ਦੋ ਮੁੱਦਿਆਂ ਦੇ ਉੱਤੇ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈ ਕੁਝ ਕਰਨ 'ਚ ਅਜੇ ਤੱਕ ਕਾਮਯਾਬ ਨਹੀਂ ਹੋਈ। ਜਦੋਂ ਕਿ ਇੱਕ ਨਵਾਂ ਹੋਰ ਮੁੱਦਾ ਇੱਕ ਲਾਅ ਐਂਡ ਆਰਡਰ ਦਾ ਖੜਾ ਹੋ ਗਿਆ ਹੈ ਜਿਹੜਾ ਕਿ ਤੁਸੀਂ ਕਹਿ ਸਕਦੇ ਹੋ ਖਰਾਬ ਹੈ, ਲੋਕਾਂ ਨੂੰ ਧਮਕੀਆਂ ਮਿਲ ਰਹੀਆਂ, ਫਰੌਤੀਆਂ ਫੁਨਾ ਰਹੇ ਨੇ। ਸੋ ਮੈਨੂੰ ਲੱਗਦਾ ਕਿ ਇਹ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਹੈਗੀ ਇਹ ਇੱਕ ਪ੍ਰੋਬਲਮ ਇਹ ਆ ਗਈ ਕਿ ਇਹਨਾਂ 'ਚ ਬਹੁਤੇ ਤਜਰਬੇ ਨਹੀਂ ਹੈਗੇ, ਸਾਰੇ ਨਵੇਂ ਹੈਗੇ ਨੇ, ਉਹਨਾਂ ਦਾ ਕੋਈ ਤਜਰਬਾ ਵੀ ਨਹੀਂ ਹੈਗਾ ਜੀ। ਲੇਕਿਨ ਜਿਹੜੇ ਪੰਜਾਬ ਦੇ ਨੇ ਉਹਨਾਂ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਹੋਏਗਾ ਕਿ ਜਿੰਨੇ ਮੈਂ ਗੱਲ ਕਰ ਨਿੱਕੇ ਜਿੰਨੇ ਹੋਰ ਇਸ਼ੂਜ਼ ਨੇ ਉਹਨਾਂ ਨੂੰ ਹੱਲ ਕਰਨਾ ਪਏਗਾ। ਪ੍ਰੈਜ਼ੈਂਟ ਗਵਰਨਮੈਂਟ ਵੱਡੀ ਚੁਣੌਤੀ ਹੈ। ਬਿਲਕੁਲ। ਜਿਹੜਾ ਹਰਕਮਲ ਜੀ, ਮੈਂ ਵਾਪਸ ਆਵਾਂਗਾ ਤੁਹਾਡੇ ਵੱਲ ਇਸ ਮੁੱਦੇ ਤੇ। ਪ੍ਰਾਸ਼ਰ ਜੀ, ਤੁਸੀਂ ਕਿਵੇਂ ਦੇਖਦੇ ਹੋ ਜਿੱਦਾਂ ਹਰਕਮਲ ਜੀ ਦਾ ਨਜ਼ਰੀਆ ਹੈ ਕਿ 22 ਨਿਕਲ ਕੇ ਜਾ ਰਿਹਾ, ਜਦੋਂ 22 ਦੇ ਵਿੱਚ ਇਲੈਕਸ਼ਨ ਹੋਈਆਂ ਤਾਂ ਬਹੁਤ ਵੱਡਾ ਹੁੰਗਾਰਾ ਮਿਲਿਆ, ਪੰਜਾਬੀਆਂ ਨੇ ਖੂਬ ਜਿਹੜਾ ਹੁਮਾ ਕੇ ਵੋਟਾਂ ਪਾਈਆਂ, 92 ਸੀਟਾਂ ਜਿਤਾਈਆਂ। ਪਰ ਕੀ ਉਹ ਬਦਲਾਵ ਜਿਹੜਾ ਮੂਡ ਸੀਗਾ ਉਹ ਹੁਣ ਜਦੋਂ ਆਪਾਂ ਬਿਲਕੁਲ ਆਖਰੀ ਦਿਨਾਂ 'ਚ ਬੈਠੇ ਹਾਂ ਦਸੰਬਰ ਦੇ, ਕਿ ਉਹ ਮੂਡ ਨਜ਼ਰ ਆ ਰਿਹਾ ਜਾਂ ਕੁਝ ਥੰਮ ਗਿਆ?
ਕਿਵੇਂ ਲੱਗਦਾ ਤੁਹਾਨੂੰ ਬੀਇੰਗ ਏ ਜਰਨਲਿਸਟ, ਬੜੇ ਲੰਬੇ ਸਮੇਂ ਤੋਂ ਤੁਹਾਡਾ ਤਜਰਬਾ ਹੈ, ਪੰਜਾਬ ਦੀਆਂ ਸਰਕਾਰਾਂ ਪੋਲੀਟੀਕਲ ਪਾਰਟੀਆਂ ਨੂੰ ਕਵਰ ਕਰਦੇ ਆ ਰਹੇ ਹੋ ਪ੍ਰਾਸ਼ਾ ਜੀ? ਜਗਤਾਰ ਜੀ, ਮੈਂ ਸਮਝਦਾ ਹਾਂ ਕਿ ਸਾਲ 2022 ਪੰਜਾਬ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ, ਮੈਂ ਸਮਝਦਾ ਹਾਂ ਕਿ ਹਿਸਟੋਰਿਕ ਸਾਲ ਰਿਹਾ ਹੈ। ਇਸ ਸਾਲ ਦੇ ਦੌਰਾਨ ਪੰਜਾਬ ਦੇ ਵਿੱਚ ਜਿਹੜੇ 25 30 40 ਸਾਲ ਤੋਂ ਟ੍ਰੈਡੀਸ਼ਨ ਚੱਲਿਆ ਜਾ ਰਿਹਾ ਸੀ ਕਿ ਦੋ ਰਿਵਾਇਤੀ ਪਾਰਟੀਆਂ ਬਾਰੀ-ਬਾਰੀ, ਕਦੀ ਇੱਕ ਪਾਰਟੀ ਆ ਗਈ, ਕਦੀ ਕਾਂਗਰਸ ਆ ਗਈ, ਕਦੀ ਅਕਾਲੀ ਭਾਜਪਾ ਆ ਗਈ, ਉਹਨਾਂ ਨੂੰ ਸਭ ਨੂੰ ਰਿਜੈਕਟ ਕਰਕੇ ਇੱਕ ਨਵੀਂ ਪਾਰਟੀ ਨੂੰ ਪੰਜਾਬ ਦੇ ਉੱਤੇ ਰਾਜ ਕਰਨ ਦਾ ਮੌਕਾ ਦਿੱਤਾ ਗਿਆ। ਉਹ ਪਾਰਟੀ ਹੈਗੀ ਹੈ ਆਮ ਆਦਮੀ ਪਾਰਟੀ ਜੀ। ਆਮ ਆਦਮੀ ਪਾਰਟੀ ਨੇ ਬੜੇ ਰੈਵੋਲੂਸ਼ਨਰੀ ਔਰ ਬੜੇ ਹੀ ਇੱਕ ਅਲੱਗ ਢੰਗ ਨਾਲ ਰਾਜ ਕਰਨ ਦੇ ਵਾਅਦੇ ਕੀਤੇ ਸੀ ਔਰ ਕਈ ਤਰ੍ਹਾਂ ਦੀਆਂ ਲੋਕ ਲੁਭਾਵਣੀਆਂ ਅਨਾਉਂਸਮੈਂਟਾਂ ਵੀ ਕੀਤੀਆਂ ਸੀ ਆਪਣੇ ਮੈਨੀਫੈਸਟੋ ਦੇ ਵਿੱਚ। ਔਰ ਉਸ ਨੂੰ ਲੈ ਕੇ ਲੋਕੀ ਜਿਹੜੇ ਸੀ ਤਾਂ ਉਹਨਾਂ ਦੀਆਂ ਜਿਹੜੀ ਰਵਾਇਤੀ ਪਾਰਟੀਆਂ ਤੋਂ ਉਹਨਾਂ ਦਾ ਦਿਲ ਭਰ ਗਿਆ ਸੀ। ਜਿਸ ਤਰ੍ਹਾਂ ਕਾਂਗਰਸ ਦੇ ਵਿੱਚ ਖਾਨਾ ਜੰਗੀ ਸ਼ੁਰੂ ਹੋ ਗਈ ਸੀ ਕੈਪਟਨ ਅਮਰਿੰਦਰ ਨੂੰ ਲਾਉਣ ਤੋਂ ਬਾਅਦ, ਔਰ ਜਿਸ ਤਰ੍ਹਾਂ ਅਕਾਲੀ ਦਲ ਦਾ ਸਿਤਾਰਾ ਐਸਾ ਗਰਕ ਹੋਇਆ, ਉਹ ਜਿਹੜੀਆਂ ਬੇਅਦਬੀ ਦਾ ਮਾਮਲਾ 2015 ਦਾ ਐਸਾ ਉਹਨਾਂ ਦੇ ਮਗਰ ਪਿਆ, ਉਹ ਉਹਨਾਂ ਦੇ ਕਾਬੂ ਨਹੀਂ ਆ ਸਕਿਆ। ਤਾਂ ਲੋਕਾਂ ਦੇ ਦੋਨੋਂ ਰਵਾਇਤੀ ਪਾਰਟੀਆਂ ਤੋਂ ਜਿਹੜੇ ਸੀ ਦਿਲ ਚਾਟ ਹੋ ਚੁੱਕੇ ਸੀ, ਤਾਂ ਉਹਨਾਂ ਨੇ ਇਹੀ ਕਿਹਾ ਕਿ ਬਦਲਾਵ ਲੈ ਕੇ ਆਓ, ਇੱਕ ਨਵੀਂ ਪਾਰਟੀ ਨੂੰ ਮੌਕਾ ਦਿਓ। ਉਹ ਜਿਹਦਾ ਸਿੱਟੇ ਵਜੋਂ ਹੁਣ ਆਮ ਆਦਮੀ ਪਾਰਟੀ ਨੂੰ 92 ਸੀਟਾਂ ਮਿਲੀਆਂ ਔਰ ਉਹਨਾਂ ਨੇ ਬੜੀ ਭਾਰੀ ਜਿਹੜੀ ਬਹੁਮਤ ਦੇ ਨਾਲ ਸਰਕਾਰ ਬਣਾਈ ਹੈ ਜੀ। ਬਿਲਕੁਲ। ਹੁਣ ਔਰ ਭਗਵੰਤ ਮਾਨ ਨੇ ਜਿਸ ਤਰ੍ਹਾਂ ਕਿ ਸ਼ੁਰੂ ਦੇ ਵਿੱਚ ਲੋਕਾਂ ਦੇ ਵਿਚਾਰ ਸੀ ਕਿ ਸ਼ਾਇਦ ਉਹ ਸਰਕਾਰ ਵੀ ਢੰਗ ਨਾਲ ਨਾ ਚਲਾ ਸਕਣ, ਕਿਉਂਕਿ ਸਾਰੀ ਪਾਰਟੀ, ਮੈਂ ਸਮਝਦਾ 3/4 ਪਾਰਟੀ ਜਿਹੜੀ ਹੈ ਉਹ ਫਸਟ ਟਾਈਮਰ ਦਾ ਗਿਆ, ਉਹ ਤਜਰਬਾ ਹੀ ਕੋਈ ਨਹੀਂ। ਬਿਲਕੁਲ। ਕਈ ਵਾਰ ਤਾਂ ਇਹ ਦੇਖਿਆ ਗਿਆ ਹੈ ਕਿ ਇਹਨਾਂ ਦੀ ਪਾਰਟੀ ਦੇ ਵਿੱਚ ਜਦੋਂ ਦੋ ਐਮਐਲਏ ਇੱਕੋ ਹੀ ਪਾਰਟੀ ਇੱਕ ਦੂਜੇ ਨੂੰ ਮਿਲਦੇ ਆ, ਉਹ ਵੀ ਇੱਕ ਦੂਜੇ ਨੂੰ ਨਹੀਂ ਪਛਾਣਦੇ। ਉਹ ਪੁੱਛਦੇ ਜੀ ਤੁਸੀਂ ਕੌਣ ਹੋ, ਕਹਿੰਦੇ ਮੈਂ ਵੀ ਐਮਐਲਏ, ਹੋ ਗਈ ਤੁਸੀਂ ਕੌਣ, ਮੈਂ ਵੀ ਐਮਐਲਏ। ਕਦੀ ਮਿਲੇ ਹੀ ਨਹੀਂ, ਆਮ ਹੀ ਲੋਕਾਂ ਨੂੰ ਜਾਣਦੇ, ਉਹ ਬਣ ਗਏ। ਹੁਣ ਸਰਕਾਰ ਜਿਹੜੀ ਹੈ ਇਹਨੂੰ ਲੋਕੀ ਇਹਨਾਂ ਨੂੰ ਬੜੀ ਹਸਰਤ ਭਰੀਆਂ ਨਿਗਾਹਾਂ ਨਾਲ ਦੇਖ ਰਹੇ ਹਨ ਔਰ ਹਾਲਾਂਕਿ ਇਹਨਾਂ ਨੇ ਕੁਝ ਵਾਅਦੇ ਆਪਣੇ ਜਿਹੜੇ ਆ ਪੂਰੇ ਕੀਤੇ ਆ, ਲੇਕਿਨ ਹੱਲੇ ਵੀ ਕਈ ਇਹੋ ਜਿਹੀਆਂ ਚੀਜ਼ਾਂ ਜਿਹੜਾ ਤੇ ਇਹਨਾਂ ਨੂੰ ਕੰਮ ਕਰਨ ਦੀ ਲੋੜ ਹੈ। ਸਭ ਤੋਂ ਪਹਿਲਾਂ ਤਾਂ ਲਾਅ ਐਂਡ ਆਰਡਰ ਦਾ ਹੈ। ਲਾਅ ਐਂਡ ਆਰਡਰ ਦਾ ਇੱਕ ਪੰਜਾਬ ਦੇ ਵਿੱਚ ਬੜਾ ਅਜੀਬ ਫਿਨੋਮੀਨਨ ਸ਼ੁਰੂ ਹੋ ਗਿਆ ਹੈ ਕਿ ਬਾਹਰ ਬੈਠੇ ਜਿਹੜੇ ਲੋਕ ਹੈ ਉਹ ਗੈਂਗਸਟਰਾਂ ਨੂੰ ਡਾਇਰੈਕਟ ਕਰ ਰਹੇ ਹੈ। ਇੱਥੇ ਕਦੀ ਉਹ ਪੁਲਿਸ ਸਟੇਸ਼ਨਾਂ 'ਤੇ ਹਮਲੇ ਕਰਾ ਰਹੇ ਹੈ, ਕਦੀ ਉਹ ਉੱਦਾਂ ਕੋਈ ਨਾ ਕੋਈ ਧਮਾਕਾ ਕਰਾਉਣ ਦੀ ਕੋਸ਼ਿਸ਼ ਕਰਦੀ ਹੈ, ਕਦੀ ਉਹ ਦੁਬਾਰਾ 'ਤੇ ਲਿਖਵਾ ਦਿੰਦੇ ਆ ਕੁਝ ਇਹੋ ਜਿਹੇ ਭੜਕਾਊ ਜਿਹੜੇ ਕਿਸਮ ਦੇ ਨਾਅਰੇ ਹੈ। ਉਹਨਾਂ ਨੂੰ ਹਾਲੇ ਤੱਕ ਸਰਕਾਰ ਜਿਹੜੀ ਹੈ ਜਾਂ ਇਹਦੀ ਪੁਲਿਸ ਹੈ ਹਾਲੇ ਤੱਕ ਤੇ ਕੋਈ ਠੱਲ ਨਹੀਂ ਪਾ ਸਕੀ ਜੀ। ਦੂਜੀ ਗੱਲ ਹੈ ਕਿ ਇਹਨਾਂ ਨੇ ਜੋ ਹੋਰ ਵਾਅਦੇ ਕੀਤੇ ਸੀ ਉਹਨਾਂ ਵਿੱਚ ਵੀ ਲੋਕਾਂ ਦੇ ਵਿੱਚ ਹਲੇ ਇਹਨਾਂ ਤੇ ਇਹ ਭਰੋਸਾ ਨਹੀਂ ਆ ਸਕਿਆ, ਉਹਨਾਂ ਨੂੰ ਪੂਰਾ ਕੌਨਫੀਡੈਂਸ ਨਹੀਂ ਆਇਆ। ਲੇਕਿਨ ਇਹਦੇ ਨਾਲ ਇੱਕ ਜਗਤਾਰ ਜੀ ਮੈਂ ਥੋੜਾ ਧਿਆਨ ਦੇਣਾ ਚਾਹੁੰਦਾ ਹੈ ਕਿ ਇਸ ਦੌਰਾਨ ਦੇ ਵਿੱਚ ਜਿਹੜੇ ਅਰਵਿੰਦ ਕੇਜਰੀਵਾਲ ਜਿਹੜੇ ਪਾਰਟੀ ਦੇ ਜਿਹੜੇ ਨੈਸ਼ਨਲ ਕਨਵੀਨਰ ਹੈ ਤੇ ਭਗਵੰਤ ਮਾਨ ਦੀ ਆਪਸ ਵਿੱਚ ਜੁਗਤਬੰਦੀ ਤਾਲਮੇਲ ਬਹੁਤ ਠੀਕ ਰਿਹਾ। ਇਹਨਾਂ ਨੇ ਦੇਖੋ ਬਾਹਰ ਦੀਆਂ ਸਟੇਟਾਂ ਦੇ ਵਿੱਚ ਜਾ ਕੇ ਪ੍ਰਚਾਰ ਵੀ ਕੀਤਾ ਹੈ ਔਰ ਪ੍ਰਾਈਮ ਮਿਨਿਸਟਰ ਮੋਦੀ ਦੀ ਜਿਹੜੀ ਹੋਮ ਸਟੇਟ ਹੈ ਗੁਜਰਾਤ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਔਰ ਉੱਥੇ ਕੁਝ ਸੀਟਾਂ ਹਾਸਲ ਕੀਤੀਆਂ। ਹਾਲਾਂਕਿ ਰਿਜ਼ਲਟ ਜਿਹੜਾ ਇਹਨਾਂ ਦੀ ਆਸ਼ਾ ਦੇ ਮੁਤਾਬਕ ਨਹੀਂ ਸੀ, ਲੇਕਿਨ ਉੱਥੇ ਜਾ ਕੇ ਨੇ ਆਪਣਾ ਝੰਡਾ ਗੱਡਣ ਦੇ ਕਾਮਯਾਬ ਹੋਏ ਹੈ ਵਿਦ ਰਿਜ਼ਲਟ ਕਿ ਇਸ ਪਾਰਟੀ ਨੂੰ ਹੁਣ ਨੈਸ਼ਨਲ ਪਾਰਟੀ ਦੇ ਤੌਰ ਤੇ ਦਰਜਾ ਮਿਲ ਗਿਆ ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਹਨੂੰ ਰੈਕਗਨਾਈਜ਼ ਕਰਨ ਲੱਗ ਪਿਆ। ਮੈਂ ਸਮਝਦਾ ਕਿ ਛੋਟੀ ਪ੍ਰਾਪਤੀ ਨਹੀਂ ਹੈ। ਇਹਨਾਂ ਦਾ ਹੁਣ ਅਗਲਾ ਇਸ਼ਾਰਾ ਹੈਗਾ 2024 ਦੇ ਇਲੈਕਸ਼ਨ ਜਿਹੜੇ ਕੀ ਹੁਣ ਆਉਣ ਵਾਲੇ ਹੈ, 1.5 ਸਾਲ 1.5 ਸਾਲ ਰਹਿ ਗਿਆ ਜੀ। ਤੇ ਇਹਨਾਂ ਵਿੱਚ ਲੋਕਾਂ ਨੂੰ ਜਿਹੜਾ ਇਹਨਾਂ ਤੇ ਹੱਲੇ ਵੀ ਬੜੀਆਂ ਉਮੀਦਾਂ ਹੈ। ਪ੍ਰੋਬਲਮ ਇਹ ਹੈ ਕਿ ਜਿਹੜੀਆਂ ਇਹਨਾਂ ਦੇ ਵਿਰੋਧੀ ਪਾਰਟੀਆਂ ਚਾਹੇ ਕਾਂਗਰਸ ਪਾਰਟੀ ਹੋਵੇ ਜਾਂ ਅਕਾਲੀ ਦਲ ਹੋਵੇ, ਉਹ ਦੋਨਾਂ ਨੂੰ ਖੋੜਾ ਲੱਗਿਆ ਹੋਇਆ ਹੈ। ਆਪਾਂ ਵਿਰੋਧੀ ਪਾਰਟੀਆਂ ਦੇ ਮੁੱਦੇ ਤੇ ਪ੍ਰਾਸ਼ੀ ਜੀ ਬਿਲਕੁਲ ਸਹੀ ਕਹਿ ਰਹੇ ਹਾਂ। ਵਿਰੋਧੀ ਪਾਰਟੀਆਂ ਦੇ ਮੁੱਦੇ ਤੇ ਆਉਣਾ ਹੈ। ਆਪਾਂ ਸਾਡੇ ਨਾਲ ਜਿਹੜੇ ਦੂਜੇ ਜਰਨਲਿਸਟ ਜੁੜੇ ਆ ਉਹਨਾਂ ਦੀ ਮਹਿਮਾਨਾਂ ਦੀ ਵੀ ਆਪਾਂ ਇਸ ਮੁੱਦੇ ਤੇ ਰਾਏ ਲੈ ਲਈਏ। ਵਿਰੋਧੀ ਪਾਰਟੀਆਂ ਦੇ ਮੁੱਦੇ ਤੇ ਆਪਾਂ ਸਪੈਸੀਫਿਕ ਕੁਐਸਚਨ ਮੈਂ ਤੁਹਾਡੇ ਕੋਲੋਂ ਲੈ ਕੇ ਆ ਰਿਹਾ ਪ੍ਰਾਸ਼ੀ ਸਾਹਿਬ। ਥੈਂਕ ਯੂ ਵੈਰੀ ਮੱਚ ਇਸ ਮੁੱਦੇ ਤੇ ਆਉਣ ਦੇ ਲਈ, ਗੱਲ ਕਹਿਣ ਦੇ ਲਈ। ਬਲਵੀਰ ਜਿੰਦੂ ਜੀ ਇਸ ਮਾਮਲੇ ਤੇ ਹਰਕਮਲ ਜੀ ਨੇ ਗੱਲ ਕੀਤੀ ਹੈ, ਪ੍ਰਾਸ਼ੀ ਜੀ ਨੇ ਗੱਲ ਕੀਤੀ ਹੈ ਕਿ ਬਾਈ ਆਪਾਂ ਸਾਰੇ ਜਾਣਦੇ ਹਾਂ ਜਿਸ ਤਰੀਕੇ ਨਾਲ ਹੁਮਾਂ ਮਾ ਕੇ ਪੰਜਾਬੀਆਂ ਨੇ ਇੱਕ ਵੱਡੀ ਹਨੇਰੀ ਝੁੱਲੀ, ਸਰਕਾਰਾਂ ਬਦਲੀਆਂ ਗਈਆਂ, ਇੱਕ ਨਵੀਂ ਕਿਸਮ ਦੀ ਸਰਕਾਰ ਆਈ, ਬਿਲਕੁਲ ਆਈ, ਪਰ ਜਿਹੜੇ ਵਾਅਦੇ ਤੇ ਦਾਅਵੇ ਕਰਕੇ ਆਏ ਸੀ ਕਿਤੇ ਲੱਗਦਾ ਕਿ 22 ਤੱਕ ਆਉਂਦੇ ਉਹਨਾਂ ਦੇ
ਬਹੁਤ ਵੱਡੇ ਕਿਧਰੇ ਸਵਾਲ ਵੀ ਉੱਠਦੇ ਨਜ਼ਰ ਆ ਰਹੇ ਹੈ। ਕਿਵੇਂ ਦੇਖਦੇ ਹੋ ਸਥਿਤੀ ਦੇ ਅੰਦਰ? ਇਹ ਸਭ ਜਿਹੜੀ ਪਰਾਸ਼ਰ ਜੀ ਨੇ ਔਰ ਹਰਕਮਲ ਜੀ ਨੇ ਜਿਹੜੀ ਗੱਲ ਕਹੀ ਹੈ ਜੀ, ਮੈਂ ਸਮਝਦਾ ਹਾਂ ਕਿ ਉਹਦਾ ਪਿਛੋਕੜ ਜਿਹੜਾ ਹੈਗਾ ਉਹ ਜ਼ਰੂਰ ਨਾਲ ਜੋੜ ਲੈਣਾ ਚਾਹੀਦਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਂਦੀ ਹੈ, ਚੋਣਾਂ ਜਿੱਤਦੀ ਹੈ, ਤਾਂ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਬੜੀ ਰਾਜਸੀ ਸਥਿਰਤਾ ਦਾ ਮਾਹੌਲ ਸੀ, ਕਿਉਂਕਿ ਕਾਂਗਰਸ ਦੀ ਜਿਹੜੀ ਅੰਦਰੂਨੀ ਜੰਗ ਸੀਗੀ, ਅੰਦਰੂਨੀ ਲੜਾਈ ਸੀ, ਜੀ। ਉਸ ਲੜਾਈ ਦੇ ਕਰਕੇ ਲੋਕ ਵੀ ਬੜੇ ਪਰੇਸ਼ਾਨ ਸੀ, ਨਿਰਾਸ਼ ਵੀ ਸੀ। ਜਿਸ ਤਰ੍ਹਾਂ ਦੀਆਂ ਆਸਾਂ ਲੋਕਾਂ ਨੂੰ ਸੀ ਉਸ ਜਦੋਂ ਕੈਪਟਨ ਅਮਰਿੰਦਰ ਸਿੰਘ ਜਿੱਤ ਕੇ ਆਇਆ ਸੀ ਉਸ ਤੋਂ, ਤੇ ਫਿਰ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾਹ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਹੋਣੀ ਜਦੋਂ ਬਣੇ ਤਾਂ ਉਸ ਤੋਂ ਵੀ ਲੱਗਦਾ ਸੀ ਲੋਕਾਂ ਨੂੰ ਕਿ ਸ਼ਾਇਦ ਕੁਝ ਕਰਨਗੇ, ਪਰ ਉਹ ਆਪ ਹੀ ਆਪਣੇ ਇਹੋ ਜਿਹੇ ਮਾਮਲਿਆਂ 'ਚ ਉਲਝੇ ਕਿ ਉਹ ਸਾਰਾ ਇੱਕ ਲੋਕਾਂ ਦੇ ਵਿੱਚ ਬਹੁਤ ਨਿਰਾਸ਼ਾ ਵਾਲਾ, ਬੇਚੈਨੀ ਵਾਲਾ ਮਾਹੌਲ ਸੀ। ਉਸ ਮਾਹੌਲ ਨੇ ਹੀ ਜਿਹੜਾ ਆਮ ਆਦਮੀ ਪਾਰਟੀ ਦੇ ਲਈ ਐਡੇ ਵੱਡੇ ਦਰਵਾਜ਼ੇ ਖੋਲ੍ਹੇ ਕਿ ਲੋਕਾਂ ਨੇ ਇਹ ਚਾਹੁੰਦੇ ਸੀ ਲੋਕ ਕਿ ਇਹ ਜਿਹੜੀਆਂ ਪਾਰਟੀਆਂ ਆਪਸ 'ਚ ਇਸ ਤਰ੍ਹਾਂ ਲੜੀ ਜਾਂਦੀਆਂ, ਔਰ ਅਕਾਲੀ ਦਲ ਪਹਿਲਾਂ ਹੀ ਹਾਸ਼ੀਏ 'ਤੇ ਸੀਗਾ, ਤਾਂ ਉਸ ਸਥਿਤੀ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਬਹੁਤ ਵੱਡਾ ਜਿਹੜਾ ਫਤਵਾ ਦੇ ਕੇ ਤੇ ਸੱਤਾ ਵਿੱਚ ਲਿਆਂਦਾ। ਤੇ ਨਾਲ ਦੀ ਨਾਲ ਇਹ ਵੀ ਸੀਗਾ ਕਿ ਅੱਗੇ ਪੰਜਾਬ ਦੇ ਵਿੱਚ ਇੱਕ ਆਮ ਤੌਰ ਤੇ ਸਾਰੀਆਂ ਰਾਜਸੀ ਪਾਰਟੀਆਂ ਵੱਲੋਂ ਮੈਨੀਫੈਸਟੋ ਜਾਰੀ ਹੁੰਦੇ ਸੀ, ਪਰ ਆਮ ਆਦਮੀ ਪਾਰਟੀ ਨੇ ਮੈਨੀਫੈਸਟੋ ਜਾਰੀ ਕਰਨ ਦੀ ਥਾਂ ਤੇ ਜਿਹੜੀਆਂ ਭਲਾਈ ਦੀਆਂ ਜਿਹੜੀਆਂ ਸਕੀਮਾਂ ਸੀ ਉਹਨਾਂ ਦੀਆਂ ਆਫਰਸ ਦਿੱਤੀਆਂ ਲੋਕਾਂ ਨੂੰ ਕਿ ਜੇ ਅਸੀਂ ਸੱਤਾ ਚਾਹੁੰਦੇ ਹਾਂ ਤੇ ਕੇਜਰੀਵਾਲ ਹੋਣੀ ਉਹਨੇ ਗਰੰਟੀਆਂ ਦਿੱਤੀਆਂ। ਉਹ ਗਰੰਟੀਆਂ ਦੇ ਵਿੱਚ ਜਿਹੜੀਆਂ ਮੁੱਖ ਹੈਗੀਆਂ ਉਹਦੇ ਵਿੱਚ ਕਰਪਸ਼ਨ ਦੇ ਖਿਲਾਫ ਲੜਾਈ, ਠੀਕ ਹੈ, ਜਿਸ ਤਰ੍ਹਾਂ ਹਰਕਮਲ ਜੀ ਨੇ ਕਿਹਾ ਹੈਗਾ ਕਿ ਉਹਨਾਂ ਨੇ ਉਸ ਦੇ ਕੰਮ ਵੀ ਕੀਤਾ ਹੈਗਾ, ਔਰ ਜਿਹੜੇ ਕਰਪਸ਼ਨ ਦੇ ਕੇਸਿਸ ਸੀਗੇ ਉਹਨਾਂ ਦੇ ਅੱਗੇ ਗੱਲ ਵੀ ਅੱਗੇ ਤੁਰੀ ਹੈ, ਵਧੀ ਵੀ ਹੈਗੀ ਹੈ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਜਿੱਥੇ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ 18 ਸਾਲ ਤੋਂ ਉੱਪਰ ਜਿਹੜੀਆਂ ਔਰਤਾਂ ਹੈਗੀਆਂ, ਬੀਬੀਆਂ ਹੈਗੀਆਂ, ਉਹਨਾਂ ਨੂੰ 1000 ਰੁਪਈਆ ਜਿਹੜਾ ਹਰ ਮਹੀਨੇ ਦਿਆਂਗੇ, ਉਹ ਅਜੇ ਤੱਕ ਉਸ ਦੇ ਬਾਰੇ ਕੋਈ ਗੱਲ ਨਹੀਂ ਹੋਈ। ਪਹਿਲਾਂ ਸੀਗਾ ਕਿ ਇਸ ਸਾਲ ਦੇ ਵਿੱਚ ਹੋ ਜਾਏਗਾ, ਉਹ ਵੀ ਨਹੀਂ ਹੋਇਆ। ਬੇਅਦਬੀ ਦੇ ਮਾਮਲੇ ਦੇ ਉੱਤੇ ਜੋ ਕੁਝ ਉਹਨਾਂ ਨੇ ਭਰੋਸੇ ਦਿੱਤੇ ਸੀ ਲੋਕਾਂ ਨੂੰ, ਉਹ ਬੇਅਦਬੀ ਦੀਆਂ ਘਟਨਾਵਾਂ ਦਾ ਜਿਹੜਾ ਮਾਮਲਾ ਹੈ ਉਹ ਉਸ ਤਰ੍ਹਾਂ ਹੀ ਉੱਥੇ ਰਾਹ ਵਿੱਚ ਅਟਕਿਆ ਹੋਇਆ, ਔਰ ਬਕਾਇਦਾ ਉੱਥੇ ਮੋਰਚਾ ਚੱਲ ਰਿਹਾ, ਭਾਵੇਂ ਕਿ ਸਰਕਾਰ ਵੱਲੋਂ ਬਾਰ-ਬਾਰ ਉਹਨਾਂ ਨੂੰ ਭਰੋਸਾ ਦਿੱਤਾ ਗਿਆ ਸੀ ਔਰ ਉਸ ਭਰੋਸੇ ਦੇ ਬਾਵਜੂਦ ਕੁਝ ਨਹੀਂ ਹੋਇਆ, ਤਾਂ ਉਹ ਅਲਟੀਮੇਟਲੀ ਮੋਰਚਾ ਵੀ ਉਹਨਾਂ ਨੇ ਮੁਅੱਤਲ ਕੀਤਾ ਹੋਇਆ। ਉਹ ਅੱਗੇ ਕਿਸ ਤਰ੍ਹਾਂ ਚੱਲਦਾ ਉਹ ਵੀ ਦੇਖਣ ਵਾਲੀ ਗੱਲ ਹੈ। ਤੇ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਜ਼ਮੀਨਾਂ ਦਾ ਮਾਮਲਾ ਸੀਗਾ, ਜਿਹੜੀਆਂ ਨਜਾਇਜ਼ ਕਬਜ਼ੇ ਹੋਏ ਸੀ, ਉਹਨਾਂ ਦੀ ਸ਼ੁਰੂਆਤ ਤਾਂ ਗੱਲ ਬਹੁਤ ਚੰਗੀ ਹੋਈ, ਸ਼ੁਰੂਆਤ 'ਚ ਜ਼ਮੀਨਾਂ ਉਹ ਛੁਡਵਾਈਆਂ ਵੀ ਗਈਆਂ, ਪਰ ਬਾਅਦ 'ਚ ਉਹਦੇ 'ਤੇ ਵੀ ਸਾਰਾ ਕੰਮ ਰੁਕ ਗਿਆ। ਇਸ ਤਰ੍ਹਾਂ ਹੀ ਜਿਹੜਾ ਜਿਸ ਤਰ੍ਹਾਂ ਹਰਕਮਲ ਜੀ ਨੇ ਗੱਲ ਕੀਤੀ ਹੈ ਨਸ਼ੇ ਦੀ, ਨਸ਼ਾ ਤਸਕਰੀ ਦੇ ਮਾਮਲੇ ਦੇ ਉੱਤੇ ਵੀ ਉਸ ਤਰ੍ਹਾਂ ਦੀਆਂ ਕਾਰਵਾਈਆਂ ਨਹੀਂ ਹੋਈਆਂ ਜਿਸ ਤਰ੍ਹਾਂ ਦੀਆਂ ਲੋਕਾਂ ਨੂੰ ਆਸ ਸੀ। ਸੋ ਇਸ ਕਰਕੇ ਅਸੀਂ ਜਦੋਂ ਕੁੱਲ ਮਿਲਾ ਕੇ ਦੇਖਦੇ ਹਾਂ ਤਾਂ ਅਜੇ ਲੋਕਾਂ ਦਾ ਜਿਹੜਾ ਭਰੋਸਾ ਸੀਗਾ ਉਹਨਾਂ ਤੇ, ਜਿਸ ਢੰਗ ਨਾਲ ਲੋਕਾਂ ਨੇ ਫਤਵਾ ਦਿੱਤਾ ਸੀ, ਉਸ ਦਾ ਅਸੀਂ ਜਦੋਂ ਸੰਗਰੂਰ ਦੀ ਜਿਹੜੀ ਲੋਕ ਸਭਾ ਦੀ ਚੋਣ ਹੋਈ ਹੈ ਉਹਦੇ ਤੇ ਨਜ਼ਰ ਮਾਰਦੇ ਹਾਂ ਤੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਲੋਕਾਂ ਦਾ ਭਰੋਸਾ ਉਹਨਾਂ ਤੋਂ ਉੱਠਿਆ ਸੀਗਾ, ਔਰ ਉਹ ਸਾਰੀ ਸਥਿਤੀ ਜਿਹੜੀ ਬਣੀ ਹੈ ਉਸ ਤੋਂ ਲੱਗਦਾ ਹੈ ਕਿ ਅਜੇ ਤੱਕ ਜਿਸ ਤਰ੍ਹਾਂ ਲਾਅ ਐਂਡ ਆਰਡਰ ਦੀ ਪੋਜੀਸ਼ਨ ਹੈਗੀ ਹੈ, ਔਰ ਗੈਂਗਸਟਰ ਦਾ ਜਿਸ ਤਰ੍ਹਾਂ ਦਾ ਮਾਮਲਾ ਹੈ, ਜਿਸ ਤਰ੍ਹਾਂ ਜੇਲ੍ਹਾਂ ਦੇ ਵਿੱਚੋਂ ਜਾਂ ਵਿਦੇਸ਼ਾਂ 'ਚ ਬੈਠ ਕੇ ਜਿਸ ਢੰਗ ਨਾਲ ਇੱਥੇ ਉਹ ਡਿਕਟੇਟ ਕਰਦੇ ਆ, ਔਰ ਜਿਸ ਢੰਗ ਨਾਲ ਸਾਰੀ ਇੱਥੇ ਉਹ ਚਲਾਉਣ ਦੀ ਸਥਿਤੀ ਨੂੰ ਯਤਨ ਕਰਦੇ ਆ, ਉੱਥੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਪੁਲਿਸ ਅਜੇ ਤੱਕ ਵੀ ਉਹਨਾਂ ਨੂੰ ਪੂਰੀ ਤਰ੍ਹਾਂ ਜਿਹੜੀ ਹੈ ਠੱਲ ਨਹੀਂ ਪਾ ਸਕੀ, ਔਰ ਲੋਕਾਂ ਦੇ ਮਨਾਂ 'ਚ ਜਿਹੜਾ ਡਰ ਹੈ, ਔਰ ਖਾਸ ਕਰਕੇ ਅਸੀਂ ਦੇਖਦੇ ਹਾਂ ਜਿਹੜੀਆਂ ਪਿਛਲੇ ਦਿਨਾਂ ਦੀਆਂ ਰਿਪੋਰਟਾਂ ਆ ਰਹੀਆਂ ਕਿ ਜਿਹੜੀਆਂ ਅਖਬਾਰਾਂ 'ਚ ਵੀ ਛਪੀਆਂ ਹੁਣ ਕਿ ਕਿਸ ਤਰ੍ਹਾਂ ਜਿਹੜੇ ਇੱਥੋਂ ਦੇ ਸਨਅਤਕਾਰ ਹੈ ਉਹ ਯੂਪੀ ਨੂੰ ਜਾਣ ਦੀ ਜਿਹੜੇ ਯਤਨਾਂ ਦੇ ਵਿੱਚ ਹੈਗੇ ਆ, ਉਹ ਜਾਂਦੇ ਨਹੀਂ ਜਾਂਦੇ ਉਹ ਅਗਲਾ ਮਾਮਲਾ, ਪਰ ਇਹ ਜ਼ਰੂਰ ਹੈ ਕਿ ਇਦਾਂ ਦਾ ਇੱਕ ਮਾਹੌਲ ਜਿਹੜਾ ਹੈਗਾ ਸੂਬੇ ਦੇ ਅੰਦਰ ਉਹ ਬਣਿਆ ਹੋਇਆ, ਉਸ ਨੂੰ ਠੀਕ ਕਰਨ ਦੀ ਲੋੜ ਹੈ, ਕਿਉਂਕਿ ਜਿਹੜਾ ਜਿਸ ਤਰ੍ਹਾਂ ਦੇ ਭਰੋਸੇ ਨਾਲ ਲੋਕਾਂ ਨੇ ਉਹਨਾਂ ਨੂੰ ਸੱਤਾ ਵਿੱਚ ਲਿਆਂਦਾ ਤਾਂ ਉਹ ਜ਼ਰੂਰੀ ਹੈ ਕਿ ਉਸ ਭਰੋਸੇ ਤੇ ਖੜੇ ਉਤਰਨ। ਹੁਣ ਆਉਣ ਵਾਲੇ ਸਮੇਂ 'ਚ ਕਿੰਨਾ ਇਹਦੇ ਤੇ ਖੜੇ ਉਤਰਦੇ ਇਹ ਤਾਂ ਸਮਾਂ ਦੱਸੇਗਾ। ਥੈਂਕ ਯੂ ਜਨ ਸਾਹਿਬ। ਹਰਕਮਲ ਜੀ, ਇੱਕ ਸਵਾਲ ਜਿਹੜਾ ਜੋ ਗੱਲ ਪ੍ਰਾਸ਼ੀ ਜੀ ਨੇ ਕਹੀ ਹੈ ਕਿ ਵੀ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਉਹਨਾਂ ਦੀ ਇੱਕ ਜੋੜੀ, ਪੰਜਾਬ ਦੀ ਗੱਲ ਤਾਂ ਹੈ ਹੀ ਆ, ਉਹ ਕਹਿੰਦੇ ਕੌਮੀ ਪੱਧਰ ਤੇ ਵੀ ਇਹ ਜੋੜੀ ਦਾ ਪ੍ਰਭਾਵ ਪੈ ਰਿਹਾ। ਇਹਦੇ ਮੱਦੇਨਜ਼ਰ ਹੀ ਹਰਕਮਲ ਜੀ ਇੱਕ ਸਵਾਲ ਮੈਂ ਇਹ ਵੀ ਰਹਿ ਰਿਹਾ ਕਿ ਜੋੜੀ ਦੇ ਚੱਲਦੇ ਇੱਕ ਪੰਜਾਬ 'ਚ ਇਹ ਵੀ ਵੱਡੀ ਚਰਚਾ ਹੈ ਕਿ ਜੀ ਸਰਕਾਰ ਜਿਹੜੀ ਹੈਗੀ ਹੈ ਦਿੱਲੀ ਤੋਂ ਚੱਲਦੀ ਹੈ, ਪੰਜਾਬ ਤੋਂ ਨਹੀਂ ਚੱਲਦੀ, ਅਧਿਕਾਰੀਆਂ ਦੀ ਗੱਲ ਕੀਤੀ ਜਾਂਦੀ ਹੈ, ਮੀਟਿੰਗਾਂ ਦੀ ਗੱਲ ਕੀਤੀ ਜਾਂਦੀ ਹੈ। ਇਸ ਮੁੱਦੇ 'ਤੇ ਸਵਾਲ ਨੂੰ ਕਿਵੇਂ ਦੇਖਦੇ ਹੋ? ਇਹ ਜੋੜੀ ਦੀ ਜ਼ਰੂਰ ਆਪਣੀ ਜਗ੍ਹਾ 'ਤੇ ਇੱਕ ਬਣਤਰ ਜਿਹੜੀ ਹੈਗੀ ਹੈ ਉੱਭਰ ਕੇ ਸਾਹਮਣੇ ਨਜ਼ਰ ਆ ਰਹੀ ਹੈ। ਜੀ ਹਰਕਮਲ ਜੀ, ਇਹ ਹੈਗਾ ਕਿ ਪੰਜਾਬੀ ਨੇ ਨਫ਼ਰਤ ਕਰਦੇ ਨੇ ਦਿੱਲੀ ਦੇ ਦਖਲ ਨੂੰ, ਪੰਜਾਬੀਆਂ ਨੇ ਦਿੱਲੀ ਦਖਲਅੰਦਾਜ਼ੀ ਨਹੀਂ ਕੀਤੀ, ਲੇਕਿਨ ਜੋ ਅੱਜ ਸੇ ਇੱਕ ਬੜੀ ਵੱਡੀ ਪ੍ਰੋਬਲਮ ਇਹ ਆ ਰਹੀ ਹੈ
ਕਿ ਮਾਨ ਨੂੰ ਸ਼ਾਇਦ ਕੰਮ ਤੇ ਕੀਤਾ ਜਾਂਦਾ ਦੇ ਰਿਹਾ, ਔਰ ਉਤੋਂ ਦਖਲ ਇਹਨਾਂ ਦਿੱਤਾ ਜਾ ਰਿਹਾ ਕਿ ਹਰ ਗੱਲ ਦੇ ਵਿੱਚ ਜਿੰਨੇ ਫੈਸਲੇ ਨੇ ਉਹ ਦਿੱਲੀ ਤੋਂ ਹੋ ਰਹੇ ਨੇ। ਔਰ ਇਹ ਜਗਤਾਰ ਦੀ ਬਲਵਾਜ਼ ਆ ਰਹੀ ਹੈ ਤੁਹਾਨੂੰ। ਜਗਤਾਰ ਜੀ ਜਗਤਾਰ ਜੀ ਦੀ ਜਦੋਂ ਗੱਲ ਕਰਦੇ ਹੋ ਤੁਸੀਂ ਨਾਂ ਲੈ ਰਹੇ ਹੋ ਤਾਂ ਆਵਾਜ਼ ਆ ਰਹੀ ਹੈ ਜਿਹੜੀ ਉਹ ਮੇਰੀ ਆਵਾਜ਼ ਨਹੀਂ ਆ ਰਹੀ। ਇਹ ਟੈਕਨੀਕਲ ਪ੍ਰੋਬਲਮ ਹੈਗੀ ਹੈ ਹਰਕਮਲ ਜੀ। ਇਸ ਮਾਮਲੇ ਦੇ ਉੱਤੇ ਮੈਂ ਆਪਣੀ ਟੀਮ ਨੂੰ ਕਹਾਂਗਾ ਤੁਹਾਡੇ ਨਾਲ ਸੰਪਰਕ ਬਣਾਉਂਦੇ। ਮੈਂ ਦੁਬਾਰਾ ਸਵਾਲ ਲੈਣਾ, ਇਹ ਕਿਧਰੇ ਆਵਾਜ਼ ਟਕਰਾ ਕੇ ਤੁਹਾਨੂੰ ਵਾਪਸ ਆ ਰਹੀ ਹੈ, ਆਪਾਂ ਸੰਪਰਕ ਕਰਦੇ ਹਾਂ। ਦੁਬਾਰਾ ਸਵਾਲ ਲੈਣਾ ਮੈਂ, ਤਦ ਤੱਕ ਅਗਲੇ ਮਹਿਮਾਨ ਤੋਂ ਆਪਾਂ ਸਵਾਲ ਲੈਣੇ। ਸਾਡੇ ਨਾਲ ਜਿਹੜਾ ਪ੍ਰੀਤਮ ਰੁਪਾਲ ਜੀ ਵੀ ਜੁੜ ਚੁੱਕੇ ਹੈ। ਪ੍ਰੀਤਮ ਜੀ, ਇਸ ਮਾਮਲੇ ਤੇ ਆਪਾਂ ਚਰਚਾ ਕਰ ਰਹੇ ਹਾਂ। 22 ਜਿਹੜਾ ਹੈਗਾ ਜਾ ਰਿਹਾ, ਤੁਹਾਡੇ ਆਉਣ ਤੋਂ ਪਹਿਲਾਂ ਜਿਸ ਮੁੱਦੇ ਤੇ ਗੱਲ ਕੀਤੀ ਜਾ ਰਹੀ ਹੈ ਉਹ ਇਹ ਹੈ ਕਿ ਪੰਜਾਬ 'ਚ ਵੱਡੀ ਪੱਧਰ ਤੇ ਜਦੋਂ ਆਪਾਂ ਵਿਧਾਨ ਸਭਾ ਦੀ ਚੋਣਾਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਵੱਡਾ ਹੰਗਾਰਾ ਮਿਲਿਆ। 92 ਸੀਟਾਂ ਜਿੱਤ ਕੇ ਆਏ ਆਪ ਵੱਲੋਂ। ਪਰ ਜਿਸ ਤਰ੍ਹਾਂ ਦਾ ਹੰਗਾਰਾ ਸੀ, ਕੀ ਲੱਗਦਾ ਕਿ ਉਹਦੇ ਮੱਦੇ ਨਜ਼ਰ 22 ਦੇ ਜਾਂਦਿਆਂ ਕੋਈ ਬਦਲਾਅ ਦੇ ਚਿੰਨ੍ਹ ਨਜ਼ਰ ਆ ਰਹੇ ਆ ਪੰਜਾਬ ਦੇ ਅੰਦਰ? ਦੇਖੋ ਸਿੱਧੂ ਸਾਹਿਬ, ਗੱਲ ਇਸ ਤਰ੍ਹਾਂ ਹੈ ਕਿ ਜੋ ਲੋਕਾਂ ਨੇ ਜੋ ਉਮੀਦ ਕੀਤੀ ਸੀ, ਜਿਸ ਉਮੀਦ ਦੇ ਨਾਲ ਕਿ ਇੱਕ ਵੱਡਾ ਬਦਲਾਅ ਆਏਗਾ, ਵੋਟਾਂ ਪਾਈਆਂ ਸੀ ਤੇ ਲੋਕਾਂ ਦੀ ਉਮੀਦ ਦੇ ਹਿਸਾਬ ਦੇ ਨਾਲ ਲੋਕਾਂ ਨੇ ਵੋਟਾਂ ਹੀ ਪਾਈਆਂ। ਇੱਕ ਵੱਡੀ ਪਾਰਟੀ ਤੀਜੀ ਧਿਰ ਜਿਹੜੀ ਹੈ ਪੰਜਾਬ 'ਚ ਜਿੱਤ ਕੇ ਵੀ ਉਹ ਲੈ ਕੇ ਆਏ। ਤੇ ਕਿਉਂਕਿ ਨਾਲ ਹੀ ਜਿਹੜੀ ਜਦੋਂ ਤੁਸੀਂ ਕਿਸੇ ਦੀ ਹਮਾਇਤ ਕਰਦੇ ਹੋ, ਸਪੋਰਟ ਕਰਦੇ ਹੋ, ਕਿਸੇ ਦਾ ਝੰਡਾ ਚੁੱਕਦੇ ਹੋ, ਤੁਹਾਡੀਆਂ ਜਿਹੜੀਆਂ ਉਸ ਤੋਂ ਅੱਗੇ ਉਮੀਦਾਂ, ਆਪਣੀਆਂ ਵੀ ਜਿਹੜੀਆਂ ਆਸਾਂ ਮੰਗਾਂ ਜਿਹੜੀਆਂ ਨੇ ਉਹ ਵੱਧ ਜਾਂਦੀਆਂ ਨੇ, ਐਕਸਪੈਕਟੇਸ਼ਨ ਵੱਧ ਜਾਂਦੀਆਂ ਨੇ। ਸੋ ਮੈਂ ਸਮਝਦਾ ਕਿ ਜਿਹੜੀਆਂ ਲੋਕਾਂ ਦੀਆਂ ਐਕਸਪੈਕਟੇਸ਼ਨ ਸੀ ਇੱਕੋ ਦਮ ਜੋ ਇਹ ਸੀ ਕਿ ਆਹ ਬਦਲੀ, ਆਹ ਚੀਜ਼ ਹੋ ਜਾਏਗੀ, ਆਹ ਚੀਜ਼ ਹੋ ਜਾਏਗੀ, ਉਸ ਤਰੀਕੇ ਦੇ ਨਾਲ ਅਜੇ ਉਹ ਸਾਹਮਣੇ ਨਹੀਂ ਆ ਰਹੀਆਂ। ਸਿਰਫ ਜਿਹੜੀਆਂ ਕੁਝ ਗੱਲਾਂ, ਜਿਵੇਂ ਇੱਕ ਭ੍ਰਿਸ਼ਟਾਚਾਰ ਦਾ ਮਸਲਾ ਹੈ, ਉਹਦੇ ਤੇ ਕਾਫੀ ਕੁਝ ਜਿਹੜਾ ਹੈਗਾ ਸਰਕਾਰ ਕਰ ਰਹੀ ਹੈ। ਜਾਂ ਸ਼ੁਰੂ ਦੇ ਵਿੱਚ ਜਿਵੇਂ ਜਿਹੜੀਆਂ ਸ਼ਾਮਲਾਟ ਜ਼ਮੀਨਾਂ ਜਿਹੜੀਆਂ ਲੋਕਾਂ ਨੇ ਦੱਬੀਆਂ ਹੋਈਆਂ ਸੀ ਉਹਨਾਂ ਤੋਂ ਛਡਾਉਣ ਦਾ ਮੁੱਦਾ ਹੈ। ਤੇ ਪਰ ਨਾਲ ਜਦੋਂ ਤੁਸੀਂ ਇਦਾਂ ਦੇ ਮੁੱਦੇ ਛੇੜਦੇ ਹੋ, ਫਿਰ ਨਾਲ ਹੋਰ ਨਵੇਂ ਮਸਲੇ ਆ ਜਿਹੜੇ ਉਹ ਪੈਦਾ ਹੋ ਜਾਂਦੇ ਆ। ਤੇ ਇੱਕ ਜਿਹੜਾ ਵੱਡਾ ਇਹਦੇ 'ਚ ਮਸਲਾ ਲੋਕਾਂ ਨੂੰ ਉਮੀਦ ਸੀ, ਖਾਸ ਕਰਕੇ ਜਿਹੜੀ ਮਾਈਨਿੰਗ ਦਾ ਜਿਹੜਾ ਮੁੱਦਾ, ਤੇ ਸਰਕਾਰ ਹਰ ਵਾਰ ਕਹਿ ਰਹੀ ਹੈ ਜਿਹੜੀ ਹੈ ਕਿ ਅਸੀਂ ਮਾਈਨਿੰਗ ਤੇ ਕਾਫੀ ਉਹ ਕਰ ਲਿਆ, ਪਰ ਜਿਵੇਂ ਲੋਕਾਂ ਨੂੰ ਉਮੀਦ ਸੀ ਕਿ ਬਜਰੀ, ਰੇਤਾ, ਇਹ ਚੀਜ਼ਾਂ ਸਸਤੀਆਂ ਹੋ ਜਾਣਗੀਆਂ ਜਾਂ ਹੋਰ ਹੈ, ਉਹ ਅਜੇ ਤੱਕ ਕੋਈ ਬਦਲਾਅ ਉੱਦਾਂ ਦਾ ਵੇਖਣ 'ਚ ਸਾਹਮਣੇ ਨਹੀਂ ਆਇਆ। ਜੀ ਥੈਂਕ ਯੂ ਵੈਰੀ ਮਚ। ਇਸ ਮੁੱਦੇ ਦੇ ਪ੍ਰਾਸ਼ੀ ਜੀ ਮੈਂ ਤੁਹਾਡੇ ਤੋਂ ਸਵਾਲ ਲੈਣਾ, ਆਪਾਂ ਕੋਸ਼ਿਸ਼ ਕਰਦੇ ਹਾਂ ਜੇ ਹਰਕਮਲ ਜੀ ਮੇਰੀ ਗੱਲ ਸੁਣ ਪਾਉਂਦੇ। ਹਰਕਮਲ ਜੀ, ਆਵਾਜ਼ ਆ ਰਹੀ ਹੈ ਮੇਰੀ? ਜੀ ਹਾਂ, ਮੈਂ ਸੁਣ ਰਿਹਾ। ਹਰਕਮਲ ਜੀ, ਕਾਈਂਡਲੀ ਮੈਂ ਦੁਬਾਰਾ ਸਵਾਲ ਲੈਣ ਲੱਗਿਆ ਜੀ। ਨਹੀਂ, ਇੱਕ ਮਿੰਟ, ਵਾਪਸ ਮੇਰੀ ਆਵਾਜ਼ ਵਾਪਸ ਕਿਉਂ ਆ ਹਲੇ ਇੱਕ ਹੋ ਰਹੀ ਹੈ? ਕਾਈਂਡਲੀ ਮੈਂ ਅਗਲੇ ਮਹਿਮਾਨ ਤੋਂ ਲੈਣਾ। ਹਰਕਮਲ ਜੀ, ਮੇਰੀ ਟੀਮ ਤੁਹਾਡੇ ਨਾਲ ਸੰਪਰਕ ਕਰਦੀ ਹੈ, ਆਵਾਜ਼ ਠੀਕ ਕਰਦੇ ਆ, ਥੋੜਾ ਪ੍ਰੋਬਲਮ ਹੈਗੀ ਹੈ, ਠੀਕ ਹੋ ਜਾਏਗੀ। ਜਿਸ ਮਾਮਲੇ ਦੇ ਪ੍ਰਾਸ਼ੀ ਜੀ ਮੈਂ ਸਵਾਲ ਲੈ ਰਿਹਾ ਸੀ ਹਰਕਮਲ ਜੀ ਤੋਂ, ਉਹੀ ਸਵਾਲ ਮੈਂ ਤੁਹਾਡੇ ਤੋਂ ਲੈ ਰਿਹਾ ਕਿ ਜੋੜੀ ਦੀ ਤੁਸੀਂ ਸਵਾਲ ਕੀਤਾ ਸੀ ਕਿ ਚਾਹੇ ਆਪਾਂ ਗੱਲ ਕਰਦੇ ਹਾਂ ਭਗਵੰਤ ਮਾਨ ਦੀ, ਅਰਵਿੰਦ ਕੇਜਰੀਵਾਲ ਦੀ ਜੋੜੀ, ਜ਼ਰੂਰ ਬਿਲਕੁਲ ਅਜੇ ਤੱਕ ਕੋਈ ਕਿਸੇ ਤਰੀਕੇ ਦਾ ਜੋੜੀ ਦੇ ਵਿਚਕਾਰ ਜਿਹੜਾ ਮਤਭੇਦ ਵੀ ਨਜ਼ਰ ਨਹੀਂ ਆ ਰਹੇ। ਪਰ ਜੋੜੀ ਦੇ ਚੱਲਦਿਆਂ ਇੱਕ ਵੱਡਾ ਸਵਾਲ ਇਹ ਵੀ ਉੱਪਰ ਕੇ ਸਾਹਮਣੇ ਆ ਰਿਹਾ ਕਿ ਸਰਕਾਰ ਜਿਹੜੀ ਦਿੱਲੀ ਤੋਂ ਚੱਲ ਰਹੀ ਹੈ, ਪੰਜਾਬ ਤੋਂ ਨਹੀਂ, ਇਹ ਲਗਾਤਾਰ ਮੀਡੀਆ ਤੇ ਵਿਰੋਧੀ ਤਰ੍ਹਾਂ ਸਵਾਲ ਉਠਾ ਰਹੀਆਂ। ਪ੍ਰਾਸ਼ੀ ਜੀ, ਜਗਤਾਰ ਜੀ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਇੱਥੇ ਹੁਣ ਬੜਾ ਭਾਰੀ ਮਸਲਾ ਬੰਦਾ ਹੋਇਆ ਕਿ ਪੰਜਾਬ ਦੇ ਡੇ ਟੂ ਡੇ ਹੈ ਦਿੱਲੀੋਂ ਬੜੇ ਰਿਮੋਟ ਕੰਟਰੋਲ ਦੇ ਜ਼ਰੀਏ ਇਹ ਚਲਾਈ ਜਾ ਰਹੀ ਹੈ। ਔਰ ਮੈਂ ਸਮਝਦਾ ਪਾਰਟੀ ਹੈ ਜਾਂ ਇਹਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ, ਇਹਦੇ ਬਾਰੇ ਵਿੱਚ ਕੋਈ ਅਪੋਲੋਜੈਟਿਕ ਨਹੀਂ। ਉਹਨਾਂ ਨੇ ਓਪਨਲੀ ਰਾਘਵ ਚੱਡਾ ਨੂੰ ਇੱਥੇ ਭੇਜ ਦਿੱਤਾ ਕਿ ਵੀ ਤੂੰ ਉੱਥੇ ਜਾ ਕੇ ਤੈਨੂੰ ਸਲਾਹ ਦੇ। ਔਰ ਸਰਕਾਰ ਨੇ ਵੀ ਇਹਨੂੰ ਤੌਰ ਐਡਵਾਈਜ਼ਰ ਲਾਤਾ, ਇੱਕ ਕਮੇਟੀ ਬਣਾ ਕੇ ਉਹਦਾ ਚੇਅਰਮੈਨ ਲਾਤਾ। ਔਰ ਉਹਦਾ ਕੰਮ ਇਹ ਹੈ ਜੀ ਕਿ ਤੁਸੀਂ ਸਲਾਹ ਦਿਓ ਕਿਵੇਂ ਫੋਰਸਿਸ ਜਿਹੜੇ ਹੈ ਹੋਰ ਮੋਬਿਲਾਈਜ਼ ਕਰਨਾ, ਪੰਜਾਬ ਦੀ ਜਿਹੜੀ ਮਾੜੀ ਮਾਲੀਅਤ ਇੰਪਰੂਵ ਕਰਨਾ ਹੈ। ਔਰ ਉਹ ਤਾਂ ਖੈਰ ਪਤਾ ਨਹੀਂ ਕਰ ਕਿ ਨਹੀਂ ਕਰ ਰਹੇ, ਲੇਕਿਨ ਫੈਕਟ ਹੈ ਕਿ ਹਰ ਚੀਜ਼ ਜਿਹੜੀ ਹੈ ਉੱਥੋਂ ਹੋ ਗਈ। ਈਵਨ ਮੀਡੀਆ ਨਾਲ ਡੀਲ ਕਰਨ ਦਾ ਤਰੀਕਾ ਵੀ ਜਿਹੜਾ ਹੈ ਦਿੱਲੀੋਂ ਵੀ ਆ ਰਿਹਾ ਹੈ। ਔਰ ਮੀਡੀਆ ਨੂੰ ਇਹ ਕਿਵੇਂ ਡੀਲ ਕਰ ਰਹੇ ਆ ਉਹ ਆਪਾਂ ਸਾਰੇ ਜਾਣਦੇ ਹੋ, ਮੈਨੂੰ ਉੱਥੇ ਕਹਿਣ ਦੀ ਲੋੜ ਕੋਈ ਨਹੀਂ। ਅਗਲੇ ਆਪਣੇ ਹਿਸਾਬ ਦੇ ਕਿਤਾਬ ਦੇ ਨਾਲ ਬੰਦੇ ਜਿਹੜੇ ਨੂੰ ਸੂਟ ਕਰਦੇ ਉਹਨਾਂ ਨੂੰ ਕਰ ਰਹੇ ਆ। ਅਖਬਾਰਾਂ ਨਾਲ ਵੀ ਕਈਆਂ ਨਾਲ ਜਾਤੀ, ਕਿਸੇ ਦੇ ਇਸ਼ਤਿਹਾਰ ਬੰਦ, ਕਿਸੇ ਦੇ ਇਸ਼ਤਿਹਾਰ ਚਾਲੂ, ਕਿਸੇ ਦੇ ਤੇ ਰੇਡ ਹੋ ਰਹੀ ਹੈ, ਕਿਸੇ ਦਾ ਬਾਈਕਾਟ ਕਰਤਾ ਹੈ, ਇਹ ਵੀ ਚੱਲ ਰਿਹਾ ਹੈ। ਪ੍ਰਾਸ਼ੀ ਜੀ, ਇੱਕ ਸਵਾਲ ਮੈਂ ਸੌਰੀ ਤੁਹਾਨੂੰ ਟੋਕਣ ਲੱਗਿਆ। ਦੇਖੋ, ਹਰ ਸਰਕਾਰ ਦਾ ਆਪਣਾ ਨਜ਼ਰੀਆ ਕਿਵੇਂ ਮੀਡੀਆ ਨਾਲ ਹੈਂਡਲ ਕਰਨਾ ਹੈ, ਡੀਲ ਕਰਨਾ ਹੈ, ਉਹਨਾਂ ਦੀ ਇੱਕ ਸੋਚ ਹੋ ਸਕਦੀ ਹੈ।
ਪਰ ਤੁਸੀਂ ਜਿੱਦਾਂ ਮੈਂ ਕਿਹਾ ਕਿ ਲੰਬੇ ਸਮੇਂ ਤੋਂ ਪੰਜਾਬ ਨੂੰ ਰਿਪੋਰਟ ਕਰ ਰਹੇ ਹੋ, ਕਵਰ ਕਰ ਰਹੇ ਹੋ, ਕਦੇ ਪਹਿਲਾਂ ਵੀ ਇਹੋ ਜਿਹਾ ਮੌਕਾ ਆਇਆ ਕਿ ਇਸ ਤਰ੍ਹਾਂ ਦਾ ਟਕਰਾਅ ਸਿੱਧੇ ਤੌਰ ਤੇ ਮੀਡੀਆ ਦਾ ਬਣਿਆ ਹੋਇਆ, ਜਾਂ ਪਹਿਲੀ ਸਰਕਾਰ ਹੈ? ਦੇਖੋ ਜੀ, ਟਕਰਾਅ ਤਾਂ ਕਈ ਬੜੇ ਆ, ਕਰਨ ਦਾ ਜਿਹੜਾ ਅਜੀਬ ਜਿਹਾ ਮਾਹੌਲ ਹੈ ਪਹਿਲੀ ਵਾਰ ਦੇਖਿਆ ਹੈ। ਜੀ ਤੁਸੀਂ ਜਗਤਾਰ ਜੀ ਹੈਰਾਨ ਹੋਵੋਗੇ ਕਿ ਇਹ ਸੈਕਟਰ ਜਾਓ ਤੇ ਪਬਲਿਕੇਸ਼ਨ ਡਿਪਾਰਟਮੈਂਟ ਵਿੱਚ ਜਾਓ ਤਾਂ ਸਾਰਾ ਪਬਲਿਕੇਸ਼ਨ ਡਿਪਾਰਟਮੈਂਟ ਦਾ ਕੰਮ ਹੀ ਇਹ ਹੈ ਕਿ ਸਰਕਾਰ ਦੀ 24 ਘੰਟੇ ਦੇ ਲੋਕਾਂ ਚੰਗਾ ਮੰਦਾ ਜੋ ਕੰਮ ਹੈ ਉਹਨੂੰ ਹਾਈਲਾਈਟ ਕਰਨਾ। ਉਹ ਪੀਆਰਓ ਕਹਿੰਦੇ ਜੀ ਵਿਹਲੇ ਬੈਠੇ ਹੈ, ਜੋ ਕੁਝ ਆਉਂਦਾ ਹੈ ਉੱਪਰ ਤੁਹਾਨੂੰ ਬਣ ਕੇ ਆਉਂਦਾ ਹੈ, ਸਾਰੇ ਲਓ ਜੀ ਆ ਤੁਸੀਂ ਭੇਜ ਦਿਓ, ਰਿਲੀਜ਼ ਕਰ ਦਿਓ, ਅਦੀ ਚੱਕ ਕੇ ਤੁਹਾਨੂੰ ਈਮੇਲ ਕਰ ਦਿੰਦੇ ਆ, ਦੈਟਸ ਆਲ। ਸਾਡੇ ਹੋਰ ਕੋਈ ਪਾਰਟਿਸਿਪੇਸ਼ਨ ਨਹੀਂ ਹੈ। ਇਹ ਇੱਕ ਅਜੀਬ ਕਿਸਮ ਦੀ ਸੀਕ੍ਰੇਸੀ ਜਿਹੜੀ ਹੈ ਨਾ ਉੱਥੇ ਚੱਲਦੀ ਹੈ। ਔਰ ਤੁਸੀਂ ਇੱਕ ਹੋਰ ਨੋਟ ਤੇ ਲਿਆ ਕੇ ਨੇ ਕਿ ਪੰਜਾਬ ਪਬਲਿਕੇਸ਼ਨ ਡਿਪਾਰਟਮੈਂਟ ਦਾ ਇੱਕ ਬੜਾ ਸੀਨੀਅਰ ਅਧਿਕਾਰੀ ਜਿਹੜਾ ਕਿ ਅੱਜ ਮੇਰੇ ਖਿਆਲ 40 ਸਾਲ ਦੇ ਇਹ ਸੇਵਾ ਤੋਂ ਬਾਅਦ ਅੱਜ ਰਿਟਾਇਰ ਹੋ ਰਿਹਾ ਹੈ। ਉਹਨੇ ਮੇਰੇ ਖਿਆਲ ਕਈ 6 ਜਾਂ 7 ਮੁੱਖ ਮੰਤਰੀਆਂ ਨਾਲ ਸੇਵਾ ਨਿਭਾਈ ਹੈ। ਦੇਖੋ ਪ੍ਰਕਾਸ਼ ਸਿੰਘ ਬਾਦਲ, ਚੰਨੀ, ਪਟਲ, ਹੋਰ ਮਤਲਬ ਪਹਿਲੇ ਦੇ ਵੀ ਉਹ ਉਸ ਸੀਐਮ ਆਫਿਸ ਦੇ ਵਿੱਚ ਹੀ ਆਪਰੇਟ ਕਰਦੇ ਰਹੇ। ਜਿਸਲੇ ਨਵੀਂ ਸਰਕਾਰ ਆਈ ਉਹਨੂੰ ਪੁੱਛਿਆ ਗਿਆ ਵੀ ਤੂੰ ਦੱਸ ਵੀ ਕਿੱਥੇ ਕੰਮ ਕਰਨਾ, ਤੂੰ ਇੱਥੇ ਕੰਮ ਕਰਨਾ ਹੈ ਕਿ ਤੂੰ ਬਾਹਰ ਕਰਨਾ ਹੈ? ਉਹ ਕਹਿੰਦਾ ਜੀ ਮੈਂ ਇੰਨੇ ਸਾਲ ਹੋ ਗਏ ਹੈ ਸੀਐਮ ਆਫਿਸ ਵਿੱਚ ਕੰਮ ਕਰਦਾ ਰਿਹਾ, 6 ਜਾਂ 7 ਮੰਤਰੀ ਕਰ ਸਕਿਆ, और मेरी मेरा टारगेट होगा कि मैं ये भगवंत मान होने नाल भी काम करूँ। उनका भी ऐसा है कि भगवंत मान जी की कवरेज का असं करेंगे, तुम सीएम ऑफिस से बहने ना बह जाओ, नहीं तुम सीएम ने किसी मीटिंग नहीं जाना। वो कहते फिर मैं इतने नहीं आना, अगला आके 5 मिनट रूट आके बह गया। वो अज हम रिटायर होया मत्था टेक के गए हैं। लेकिन इस तो साफ साबित होता है कि जो मीडिया का कंट्रोल है वो यह पार्टी और यह सरकार किस ढंग नाल किस कंट्रोल कर रही है। जी थैंक यू प्रकाश साहब, फिर आवांगे आप इस मुद्दे ते तुहाडे वल जिहड़ा हैगा बाकी इशूज़ नूं लैके। हरकमल जी मैं सवाल तुहाडे तो जिहड़ा लै रहा सीगा भगवंत मान ते केजरीवाल की जोड़ी ते दिल्ली का दखल, प्राशी जी ने इस मुद्दे ते गल कीती है, तुसीं किवें देखदे हो इस मुद्दे नूं? देखो जगतार जी, पंजाबी जिहड़े ने वो दिल्ली दे नां नूं वैसे ना बहुता पसंद नहीं करते ते ना ही दखल नूं पसंद करते ने कभी नहीं। मैनूं लगदा है कि सरकार लिए बहुत वड्डी प्रॉब्लम आ रही है कि इन्हां दे विच यही नहीं समझ पै रही कि राज करने वाला कौन है, कौन सरकार नूं चला रहा है और कौन फैसले ले रहा है। क्योंकि जो इत्थे नज़र आ रहा है ना ये अफसरशाही में समझ पै रहा है कि साडा मास्टर कौन है, और ना ही मैनूं लगदा है इन्हां दी पार्टी च किसे नूं समझ पै रही है कि असीं किस ढंग नाल सरकार चलाउणी है। इस गल दी नुकताचीनी काफ़ी हुई है कि भगवंत मान जिहड़ा हैगा वो आप काम नहीं कर रहा। दिल्ली तो आए जिहड़े लोग कुछ हैगे ने वो दखल दे रहे ने या वो उन्हां राहीं अगों सरकार चला रहे ने। मैनूं लगदा है कि ये गल पंजाबियां नूं हजम नहीं हो रही, पंजाबी पसंद नहीं कर रहे और इसकी लगातार नुकताचीनी हो रही है। और ये तुसीं हुण देखदे होना अगले दिनां दे विच बहुत सारे फैसले जिहड़े लए गए, रेरा का चेयरमैन लाया गया, मैंबर लाया गया, वो दिल्ली तो लिया के लगाते गए। और बहुत सारी हमारे सरकारी मीटिंग अभी देखा होना कि दिल्ली हमारे कंसल्टेंट तो बैठते हैं कि सारे गल्लां ने एक बंदे है बहुत बड़ा सिर्फ ना जिला पंजाबी सरकार को थैंक यू कमल जी। जिस मामले ते आपां गल कर रहे हैं जिन्नू साहब, एक तो है सरकार का पहलू 22 की जो आप गल करते हैं, दूजा है विरोधी तरह का। सरकार वाले ये तो हाई ने कि 92 सीटां लैके आए, अजे वादे भी कर रहे, समा भी उन्होंने को बचा है, 4 साल का वादे करने का मौका भी है। पर विरोधी तरह की जो आप गल करते हैं, जी मुख्य विरोधी धिर है हाकम धਿਰ ਦੇ ਨਾਲ ਜਿਹੜੀ ਬਾਅਦ ਜਿਹੜੇ ਹੁਣ ਵਿਰੋਧੀ ਧਿਰ ਦੇ रूप 'ਚ आ गए है कांग्रेस पार्टी ਨੂੰ जिस तरीके ਨਾਲ भ्रष्टाचार का सामना करना पै रहा, जिद्दां दे केस बन रहे, जिद्दां मैं हुण जिक्र करके हटिया कि ਜਿਹੜੇ मुख मंत्री रहे हैं चरण सिंह चन्नी, ਉਹਦੀ ਇੱਕ ਹੋਰ ਜਿਹੜੀ ਹੈਗੀ ਹੈ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਵਿਜੀਲੈਂਸ ਵੱਲੋਂ ਤਾਂ ਇਹ ਪਰਤ ਖੋਲ੍ਹੀ ਜਾ ਰਹੀ ਹੈ। ਇਹ ਜਿਹੜੀਆਂ ਪ੍ਰਸਥਿਤੀਆਂ ਬਣੀਆਂ, ਲੱਗਦਾ ਨਹੀਂ ਕਿ ਵੀ ਜਿਹੜੇ ਵਿਰੋਧੀ ਧਿਰ ਹੈ, ਜਦੋਂ ਆਪਾਂ ਹਾਕਮ ਧਿਰ ਦੇ ਨਾਲ ਇਹਨਾਂ ਦਾ ਜ਼ਿਕਰ ਕਰਦੇ ਹਾਂ ਕਾਂਗਰਸ ਪਾਰਟੀ ਦਾ,
ਤਾਂ ਇਹਨਾਂ ਲਈ ਉੱਪਰ ਉੱਠਣਾ ਬਹੁਤ ਹੀ ਮੁਸ਼ਕਲ ਜਾਂ ਅਸੰਭਵ ਨਜ਼ਰ ਆ ਰਿਹਾ ਹੈ, ਕਿਉਂਕਿ ਭ੍ਰਿਸ਼ਟਾਚਾਰ ਤੇ ਇਦਾਂ ਦੇ ਮਾਮਲਿਆਂ 'ਚੋਂ ਹੀ ਉੱਠ ਕੇ ਬਾਹਰ ਆਉਣ ਦੀ ਹਿੰਮਤ ਨਹੀਂ ਜੁਟਾ ਪਾ ਰਹੇ। ਇਹ ਬਿਲਕੁਲ ਠੀਕ ਤੁਸੀਂ ਕਿਹਾ ਹੈਗਾ ਕਿ ਜਿਹੜੇ ਖਾਸ ਕਰਕੇ ਅਸੀਂ ਦੇਖਦੇ ਹਾਂ ਕਿ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਮੰਤਰੀ ਸੀਗੇ, ਉਹਨਾਂ ਦੇ ਦੁਆਲੇ ਜਿਸ ਤਰ੍ਹਾਂ ਦਾ ਭ੍ਰਿਸ਼ਟਾਚਾਰ ਦੇ ਕੇਸ ਸਾਹਮਣੇ ਆਏ ਔਰ ਜਿਸ ਤਰ੍ਹਾਂ ਉਹ ਚੱਲ ਰਹੇ ਆ, ਔਰ ਜਿਸ ਢੰਗ ਨਾਲ ਸ਼ੁਰੂ ਦੇ ਵਿੱਚ ਜਿਹੜੇ ਪਾਰਟੀ ਦੇ ਪ੍ਰਧਾਨ ਹੈ ਰਾਜਾ ਵੜਿੰਗ ਹੋਣੀ, ਉਹਨਾਂ ਨੇ ਬਕਾਇਦਾ ਇੱਥੇ ਆਣ ਕੇ ਵਿਜੀਲੈਂਸ ਦਫ਼ਤਰ ਦੇ ਸਾਹਮਣੇ ਮੁਜ਼ਾਹਰਾ ਵੀ ਕੀਤਾ ਸੀਗਾ ਕਿ ਤੁਸੀਂ ਹੱਥ ਪਾ ਕੇ ਦਿਖਾਓ ਸਾਡੇ ਆਸ਼ੂ ਨੂੰ। ਤਾਂ ਜਦੋਂ ਆਸ਼ੂ ਵੀ ਇਸ ਵੇਲੇ ਹੁਣ ਜੇਲ੍ਹ 'ਚ ਹੈ, ਉਹਦੇ ਖਿਲਾਫ ਵੀ ਜਿਸ ਤਰ੍ਹਾਂ ਦੇ ਕੇਸ ਸਾਹਮਣੇ ਆਏ ਆ। ਸੋ ਅਸੀਂ ਦੇਖਦੇ ਹਾਂ ਕਿ ਜਿਹੜੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ, ਉਸ ਦੇ ਜਿਹੜੇ ਮੰਤਰੀ ਜ਼ਿਆਦਾਤਰ ਜਿਹੜੇ ਸੀਗੇ ਉਹ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ ਫਸੇ ਹੋਏ ਆ। ਔਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਪਿਛਲੇ ਜਿਹੜੇ ਲਗਭਗ 3 ਦਹਾਕਿਆਂ 4 ਦਹਾਕਿਆਂ ਦੇ ਅੰਦਰ ਕਾਂਗਰਸ ਦੇ ਅੰਦਰ ਜਿਹੜੀ ਸੀਨੀਅਰ ਲੀਡਰਸ਼ਿਪ ਸਥਾਪਿਤ ਹੋਈ ਸੀ, ਉਹ ਸਾਰੀ ਲੀਡਰਸ਼ਿਪ ਜਿਹੜੀ ਆ ਉਹ ਕਾਂਗਰਸ ਨੂੰ ਛੱਡ ਕੇ ਤੇ ਭਾਰਤੀ ਜਨਤਾ ਪਾਰਟੀ 'ਚ ਚਲੇ ਗਈ। ਤਾਂ ਉਸ ਸਥਿਤੀ ਦੇ ਵਿੱਚ ਇਸ ਵੇਲੇ ਜਿਹੜੀ ਨਵੀਂ ਲੀਡਰਸ਼ਿਪ ਉੱਭਰ ਰਹੀ ਹੈ, ਉਹਦੇ ਵਿੱਚ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਜਦੋਂ ਇਲੈਕਸ਼ਨਾਂ ਤੋਂ ਪਹਿਲਾਂ ਨਵਜੋਤ ਸਿੱਧੂ ਹੋਣੀ ਇੱਕ ਬੜੇ ਤਾਕਤਵਰ ਲੀਡਰ ਬਣ ਕੇ ਉੱਭਰੇ ਸੀਗੇ, ਪਰ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਸਥਿਤੀ ਬਣੀ ਤਾਂ ਹੁਣ ਵੀ ਉਹਨਾਂ ਦਾ ਨਾਂ ਜਿਹੜਾ ਬਾਰ-ਬਾਰ ਆ ਰਿਹਾ ਕਿ ਜਦੋਂ ਉਹ ਜੇਲ੍ਹ ਤੋਂ ਬਾਹਰ ਆ ਰਿਹਾ 26 ਜਨਵਰੀ ਨੂੰ, ਕਿ ਉਹਨਾਂ ਦੇ ਆਉਣ ਨਾਲ ਪਰਿਸਥਿਤੀਆਂ ਬਦਲਣਗੀਆਂ। ਪਰ ਇਹ ਜ਼ਰੂਰ ਹੈ ਕਿ ਕਾਂਗਰਸ ਜਿਸ ਹਾਲਤ ਨੂੰ ਪਹੁੰਚੀ ਹੈ, ਇਹਦੇ ਵਿੱਚ ਉਹਨਾਂ ਦਾ ਕੇਂਦਰੀ ਲੀਡਰਸ਼ਿਪ ਜਿਸ ਤਰ੍ਹਾਂ ਹੁਣ ਯਤਨ ਕਰ ਰਹੀ ਹੈ ਕਿ ਉਹਨਾਂ ਨੂੰ ਬਕਾਇਦਾ ਜਿਹੜਾ ਇੱਥੇ ਜਿਹੜਾ ਸਾਰਾ ਠੀਕ ਕਰਕੇ ਅੱਗੇ ਲਿਆਂਦਾ ਜਾਵੇ ਕਿ ਨਵੀਂ ਲੀਡਰਸ਼ਿਪ ਜਿਹੜੀ ਹੈ ਉਸ ਨੂੰ ਬਕਾਇਦਾ ਜਿਹੜਾ ਥਾਂ ਦਿੱਤੀ ਜਾਵੇ। ਤਾਂ ਉਹਦੇ ਵਿੱਚ ਉਹਨਾਂ ਨੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਿਸ ਤਰ੍ਹਾਂ ਬਕਾਇਦਾ ਰਾਜਸਥਾਨ 'ਚ ਇੰਚਾਰਜ ਲਾਇਆ, ਪ੍ਰਭਾਰੀ ਲਾਇਆ, ਔਰ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਦੇ ਜਿਹੜੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਜਾਂ ਜਿਹੜੀ ਚਰਚਾ ਦੇ ਵਿੱਚ ਹੈ ਕਿ ਕਿਸ ਢੰਗ ਨਾਲ ਜਿਹੜੇ ਨਵੇਂ ਪ੍ਰਧਾਨ ਬਣੇ ਆ ਖੜਗੇ ਸਾਹਿਬ ਜਿਹੜੇ ਕਾਂਗਰਸ ਦੇ, ਉਹਨਾਂ ਨੇ ਪੰਜਾਬ ਦੇ ਵਿੱਚ ਨਵੇਂ ਸਿਰੇ ਤੋਂ ਜਿਹੜੀ ਹੈ ਲੀਡਰਸ਼ਿਪ ਨੂੰ ਕਾਇਮ ਕਰਨ ਦੇ ਲਈ, ਲੀਡਰਸ਼ਿਪ 'ਚ ਤਬਦੀਲੀ ਕਰਨ ਦੇ ਲਈ ਕਿ ਆਪਣੇ ਤੌਰ ਤੇ ਉਹਨਾਂ ਨੇ ਫੀਡਬੈਕ ਵੀ ਲੈਣੀ ਸ਼ੁਰੂ ਕੀਤੀ ਹੈ। ਸੋ ਇਸ ਕਰਕੇ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਹੁਣ ਜਦੋਂ ਕਾਂਗਰਸ ਦੀ ਇੱਥੇ ਹੋਰ ਪਾਉਂਦੀ ਹੈ ਕਿ ਨਹੀਂ ਪਾਉਂਦੀ ਜਾਂ ਕੁਝ ਕਰੇਗੀ ਜਾਂ ਨਹੀਂ। ਪਰ ਨਾਲ ਦੀ ਨਾਲ ਇੱਥੇ ਦੇਖਣ ਵਾਲੀ ਗੱਲ ਇਹ ਜ਼ਰੂਰ ਹੈ ਕਿ ਹੁਣ ਕਿਉਂਕਿ ਜਿਹੜੀ ਭਾਰਤ ਜੋੜੋ ਯਾਤਰਾ ਕਾਂਗਰਸ ਨੇ ਸ਼ੁਰੂ ਕੀਤੀ ਹੈ ਤੇ ਰਾਹੁਲ ਗਾਂਧੀ ਅਗਲੇ ਦਿਨਾਂ 'ਚ ਪੰਜਾਬ ਆਉਣਗੇ, ਉਦੋਂ ਵੀ ਇਸ ਗੱਲ ਦਾ ਜਿਹੜਾ ਝਲਕਾਰਾ ਸਾਨੂੰ ਦੇਖਣ ਨੂੰ ਮਿਲੇਗਾ ਕਿ ਕਾਂਗਰਸ ਪਾਰਟੀ ਕਿਸ ਸਥਿਤੀ 'ਚ ਹੈ ਤੇ ਹੁਣ ਅੱਗੇ ਕੀ ਕੁਝ ਕਰ ਸਕਦੀ ਹੈ। ਦੂਸਰੇ ਜੀ ਆਪਾਂ ਫਿਰ ਉਹਨੇ ਏਜੰਡਾ ਸਾਹਿਬ ਇਸੇ ਮਾਮਲੇ ਦੇ ਉੱਤੇ ਲੈ ਕੇ ਜਿਹੜੇਗਾ, ਪਰ ਰਪਾਲ ਜੀ ਤੋਂ ਵੀ ਇਸ ਮਾਮਲੇ ਤੇ ਮੈਂ ਕਮੈਂਟ ਲੈਣਾ ਚਾਹਾਂਗਾ। ਰਪਾਲ ਜੀ ਜਦੋਂ ਵਿਰੋਧੀ ਧਿਰਾਂ ਦੀ ਗੱਲ ਕਰਦੇ ਹਾਂ ਤਾਂ ਉਹਦੇ 'ਚ ਅਕਾਲੀ ਦਲ ਚਾਹੇ ਘੱਟ ਗਿਣਤੀ ਜਿੱਤ ਕੇ ਆਏ ਹੈ, ਅਕਾਲੀ ਦਲ ਹੈ, ਕਾਂਗਰਸ ਹੈ, ਇੱਕ ਦੋ ਜਿਹੜੇ ਹੈਗੇ ਭਾਜਪਾ ਦੇ ਨੁਮਾਇੰਦਿਆਂ ਦੀ ਵੀ ਆਪਾਂ ਗੱਲ ਕਰ ਲਈਏ। ਵਿਰੋਧੀ ਧਿਰਾਂ ਆਪਣੀ ਭੂਮਿਕਾ ਵੀ ਕਿਧਰੇ ਨਿਭਾਉਂਦੀਆਂ ਨਜ਼ਰ ਨਹੀਂ ਆ ਰਹੀਆਂ। ਕੀ ਲੱਗਦਾ ਕਿ ਵਿਰੋਧੀ ਧਿਰਾਂ ਹਾਸ਼ੀਏ ਤੋਂ ਉੱਪਰ ਕਿਉਂ ਨਹੀਂ ਉੱਭਰ ਪਾ ਰਹੀਆਂ? ਚਾਹੇ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ, ਅਕਾਲੀ ਦਲ ਦੀ ਗੱਲ ਕਰਦੇ ਹਾਂ, ਭਾਜਪਾ ਵੀ ਬਹੁਤ ਜਿਹੜਾ ਹੈਗਾ ਜ਼ੋਰ ਤਾਂ ਲਗਾ ਰਹੀ ਹੈ, ਪਰ ਸਥਿਤੀ ਕੁਝ ਬਹੁਤੀ ਬਿਹਤਰ ਹੁੰਦੀ ਨਜ਼ਰ ਆ ਨਹੀਂ ਰਹੀ। ਜੀ ਸਿੱਧੂ ਸਾਹਿਬ, ਇਸ ਤਰ੍ਹਾਂ ਜਿੱਦਾਂ ਜੰਡੂ ਸਾਹਿਬ ਨੇ ਕਾਂਗਰਸ ਦੀ ਗੱਲ ਕੀਤੀ ਹੈ ਕਿ ਵੈਸੇ ਤਾਂ ਪੂਰੇ ਦੇਸ਼ ਦੇ ਵਿੱਚ ਹੀ ਕਾਂਗਰਸ ਹੁਣ ਤੱਕ ਖਿਲਰੀ ਪੁਲਰੀ ਰਹੀ ਹੈ, ਯੈਸ, ਤੇ ਪੰਜਾਬ ਦੇ ਵਿੱਚ ਇਹਦਾ ਜ਼ਿਆਦਾ ਮਾੜਾ ਹਾਲ ਹੋਇਆ, ਖਾਸ ਕਰਕੇ ਜਦੋਂ ਕੈਪਟਨ ਅਮਰਿੰਦਰ ਸਿੰਘ ਤੇ ਜਾਖੜ ਸਾਹਿਬ ਪਾਰਟੀ ਨੂੰ ਛੱਡ ਕੇ ਅਲਵਿਦਾ ਕਹਿ ਕੇ ਅਲਟੀਮੇਟਲੀ ਬੀਜੇਪੀ ਦੇ ਵਿੱਚ ਚਲੇ ਜਾਂਦੇ ਆ। ਤੇ ਉਸ ਤੋਂ ਬਾਅਦ ਹੁਣ ਲੈ ਦੇ ਕੇ ਜਿਹੜਾ, ਕਿਉਂਕਿ ਇਹਨਾਂ ਨੇ ਨਵਜੋਤ ਸਿੱਧੂ ਹੋਰਾਂ ਦੀ ਗੱਲ ਕੀਤੀ ਹੈ 26 ਜਨਵਰੀ ਨੂੰ ਬਾਹਰ ਆਉਂਦੇ ਆ, ਉਸ ਤੋਂ ਬਾਅਦ ਕੀ ਉਹਨਾਂ ਦੇ ਉੱਪਰ ਜਿਹੜਾ ਹੈਗਾ ਗੁਣਾ ਪੈਂਦਾ ਪ੍ਰਧਾਨਗੀ ਦਾ, ਤੇ ਉਸ ਤੋਂ ਬਾਅਦ ਕਿੱਦਾਂ ਉਹ ਕੰਸੋਲੀਡੇਟ ਕਰਦੇ ਆ ਪਾਰਟੀ ਨੂੰ, ਇਹ ਵੀ ਅਜੇ ਇੱਕ ਵੱਡੀ ਚੁਣੌਤੀ ਹੈ ਕਾਂਗਰਸ ਵਾਸਤੇ। ਤੇ ਕਿਉਂਕਿ ਪਿਛਲੇ ਸਮੇਂ ਜਦੋਂ ਤੋਂ ਇਹ ਸਰਕਾਰ ਬਣੀ ਹੈ ਤੇ ਭਾਵੇਂ ਸ਼ੁਰੂ 'ਚ ਕਾਂਗਰਸ ਨੇ ਵੱਡੀਆਂ ਗੱਲਾਂ ਕੀਤੀਆਂ ਕਿ ਅਸੀਂ ਇੱਦਾਂ ਕਰਾਂਗੇ, ਅਸੀਂ ਜਿੱਦਾਂ ਜੰਡੂ ਸਾਹਿਬ ਨੇ ਵੀ ਜ਼ਿਕਰ ਕੀਤਾ, ਤੇ ਪਰ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਮੰਤਰੀ ਰਹੇ ਜਿਹੜੇ ਆਗੂ ਨੇ ਉਹ ਭ੍ਰਿਸ਼ਟਾਚਾਰ ਦੇ ਮਾਮਲਿਆਂ 'ਚ ਲਗਾਤਾਰ ਆ ਰਹੇ ਨੇ, ਤੇ ਕਿਸੇ ਪਾਸੋਂ ਵੀ ਉਹਨਾਂ ਨੂੰ ਨਿਕਲਣ ਦਾ ਨਾ ਅਦਾਲਤਾਂ ਤੋਂ ਜਾਂ ਹੋਰ ਕਿਤੋਂ ਕੋਈ ਰਾਹਤ ਨਹੀਂ ਮਿਲ ਰਹੀ। ਉੱਥੋਂ ਇਹ ਲੱਗਦਾ ਹੈ ਕਿ ਇਹਦਾ ਜਵਾਬ ਦੇਣਾ ਹੀ ਕਾਂਗਰਸ ਨੂੰ ਔਖਾ ਹੋ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਇਹਨਾਂ ਲੀਡਰਾਂ ਤੇ ਹੀ ਵੱਡੀ ਜਿਹੜੀ ਟੇਕ ਪਾਰਟੀ ਨੂੰ ਸੀਗੀ। ਤੇ ਦੂਜੀ ਗੱਲ, ਸਿੱਧੂ ਸਾਹਿਬ ਕੱਲ ਜਿਹੜਾ NCP ਦੇ ਆਗੂ ਦਾ ਇੱਕ ਬਿਆਨ ਪੁਣੇ ਦੇ ਵਿੱਚ ਉਹਨਾਂ ਨੇ ਦਿੱਤਾ ਸ਼ਰਦ ਪਵਾਰ ਹੋਰਾਂ ਨੇ, ਉਹਦਾ ਮੈਂ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਕਿ ਜਿੱਦਾਂ ਇੱਕ BJP ਇੱਕ ਏਜੰਡਾ ਲੈ ਕੇ ਆਈ ਹੈ ਕਿ ਜਿਹੜਾ ਪੂਰਾ ਦੇਸ਼ ਹੈ ਉਹ ਕਾਂਗਰਸ ਰਹਿਤ ਹੋਵੇ ਜੀ, ਤੇ ਉਹਨਾਂ ਨੇ ਕਿਹਾ ਕਿ ਇੱਕ ਇੱਦਾਂ ਦੀ ਇਹ ਵਿਚਾਰਧਾਰਾ ਹੈ, ਇਹ ਕਦੇ ਵੀ ਨਹੀਂ ਹੋ ਸਕਦਾ ਕਿ ਇਹਦੇ ਤੋਂ ਰਹਿਤ ਜਾਂ ਹੋਰ ਇੱਦਾਂ ਦੀ ਗੱਲ ਜਾਂ ਮੁਕਤ ਵਾਲੀ ਗੱਲ ਕੋਈ ਦੇਸ਼ ਵਿੱਚ ਚੱਲ ਸਕਦੀ ਹੈ, ਕਿਉਂਕਿ ਇੰਨੀ ਵੱਡੀ ਇਹਦੇ ਪਿੱਛੇ ਇੱਕ ਲੀਗੇਸੀ ਖੜੀ ਹੈ, ਇੱਕ ਐਡਾ ਵੱਡਾ ਇਸ ਪਾਰਟੀ ਦਾ ਕੰਮ ਹੈ। ਤੇ ਉੱਥੋਂ ਜਿਹੜਾ ਹੁਣ ਲੱਗਦਾ ਨਾ ਜਿੱਦਾਂ ਨੈਸ਼ਨਲ ਲੈਵਲ ਤੇ ਇਹ ਗੱਲਾਂ ਚੱਲ ਰਹੀਆਂ ਨੇ
ਜਾਂ ਕਾਂਗਰਸ ਦੇ ਨਾਲ, ਕਾਂਗਰਸ ਦੀ ਵਿਚਾਰਧਾਰਾ ਨਾਲ ਜੁੜਨ ਦੀਆਂ ਗੱਲਾਂ। ਪਿੱਛੇ ਜੇ ਇੱਕ ਦਿਨ ਜਿਹੜਾ ਸੀ ਜਿਹੜੇ ਸੀਗੇ ਆਗੂ ਸਾਡੇ ਮਮਤਾ ਬੈਨਰਜੀ, ਉਹਨਾਂ ਦਾ ਵੀ ਭਾਵੇਂ ਇਹ ਕਾਂਗਰਸ ਤੋਂ ਹੀ ਟੁੱਟ ਕੇ ਗਏ ਹੋਏ ਆਗੂ ਨੇ, ਪਰ ਉੱਥੋਂ ਹੁਣ ਇਹ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਨਾ ਕਿਤੇ ਜੇ ਬੀਜੇਪੀ ਦਾ ਬਦਲ ਬਣ ਕੇ ਉੱਭਰ ਸਕਦੀ ਹੈ ਪਾਰਟੀ, ਤਾਂ ਕਾਂਗਰਸ ਦੇ ਵਿੱਚ ਅਜੇ ਸੰਭਾਵਨਾਵਾਂ ਹੈਗੀਆਂ ਨੇ। ਮੈਂ ਬਿਲਕੁਲ ਤੁਹਾਡੀ ਗੱਲ 'ਚ, ਤੁਸੀਂ ਆਪਣੀ ਗੱਲ ਕੰਟੀਨਿਊ ਰੱਖੋ। ਵਾਅਦੇ ਕਰਨਾ ਚਾਹੁੰਦਾ ਇਹਦੇ ਜੰਮੂ ਕਸ਼ਮੀਰ ਦੇ ਜਿਹੜੇ ਆਗੂ ਹੈ ਉਹ ਵੀ ਕਹਿ ਰਹੇ ਕਿ ਜੇ ਯਾਤਰਾ ਅੱਗੇ ਵਧੇਗੀ ਤਾਂ ਅਸੀਂ ਵੀ ਜੁਆਇਨ ਕਰਾਂਗੇ। ਦੇਖੋ ਇਹਦੇ 'ਚ ਸਿੱਧੂ ਸਾਹਿਬ ਇਸ ਤਰ੍ਹਾਂ ਹੈ ਕਿ ਪੰਜਾਬ ਦੀ ਜਿਹੜੀ ਸਿਚੁਏਸ਼ਨ ਹੈ, ਪੰਜਾਬ ਦੇ ਵਿੱਚ ਸਿਚੁਏਸ਼ਨ ਹਮੇਸ਼ਾ ਹੀ ਅਲੱਗ ਰਹੀ ਹੈ ਦੇਸ਼ ਦੇ ਬਾਕੀ ਹਿੱਸਿਆਂ ਦੇ ਨਾਲੋਂ। ਪਹਿਲੀ ਗੱਲ ਤਾਂ ਕਿ ਇੱਥੇ ਅਕਾਲੀ ਦਲ, ਤੁਸੀਂ ਜ਼ਿਕਰ ਵੀ ਕੀਤਾ ਸੀ, ਇੱਕ ਸਟਰੋਂਗ ਵੱਡੀ ਖੇਤਰੀ ਪਾਰਟੀ ਰਹੀ ਹੈ। ਦੇਸ਼ ਦੀਆਂ ਬਾਕੀ ਖੇਤਰੀ ਪਾਰਟੀਆਂ ਹਮੇਸ਼ਾ ਅਕਾਲੀ ਦਲ ਦੇ ਮੂੰਹ ਵੱਲ ਵੇਖਦੀਆਂ ਰਹੀਆਂ ਕਿ ਇਹ ਕੀ ਕਰਦੇ ਆ ਜਿਹੜੀਆਂ ਰੀਜਨਲ ਫੋਰਸਿਸ ਨੂੰ ਇਕੱਠਿਆਂ ਕਰਨ ਵਾਸਤੇ, ਕੰਸੋਲੀਡੇਟ ਕਰਨ ਵਾਸਤੇ। ਸੋ ਇਸ ਗੱਲ ਦਾ ਵੀ ਜਿਹੜਾ ਹੈ ਇਹ ਜ਼ਿੰਮੇਵਾਰੀ ਕਹਿ ਲਓ ਜਾਂ ਸਿਹਰਾ ਕਹਿ ਲਓ ਬਾਦਲ ਸਾਹਿਬ ਦੇ ਸਿਰ ਜਾਂਦਾ, ਵੱਡੇ ਬਾਦਲ ਸਾਹਿਬ ਦੇ ਸਿਰ, ਕਿ ਉਹਨਾਂ ਨੇ ਰੀਜਨਲ ਆਪਣੀ ਜਿਹੜੀ ਉਹ ਖਤਮ ਕਰਤੀ, ਇੰਨੀ ਜ਼ਿਆਦਾ ਕਮਜ਼ੋਰ ਕਰਤੀ ਕਿ ਰੀਜਨਲ ਫੋਰਸ ਦੇ ਤੌਰ ਤੇ ਅਕਾਲੀ ਦਲ ਰਿਹਾ ਹੀ ਨਹੀਂ। ਕਿ ਕੋਈ ਸਮਾਂ ਇਹੋ ਜਿਹਾ ਆ ਗਿਆ ਕਿ ਅਕਾਲੀ ਦਲ ਬੀਜੇਪੀ ਦਾ ਹੀ ਇੱਕ ਵਿੰਗ ਬਣ ਕੇ ਜਿਹੜਾ ਸੀ ਇਹ ਰਹਿ ਗਿਆ, ਜਾਂ ਕਹਿ ਲਓ ਕਿ ਅਕਾਲੀ ਦਲ ਬੀਜੇਪੀ ਦਾ ਇੱਕ ਸਿੱਖਾਂ ਦਾ ਵਿੰਗ ਬਣ ਕੇ ਰਹਿ ਗਿਆ। ਆਪਾਂ ਇਹ ਵੀ ਕਹਿ ਸਕਦੇ ਹਾਂ, ਇਹ 'ਚ ਕੋਈ ਅਤਕਥਨੀ ਨਹੀਂ ਹੈ। ਸੋ ਉਸ ਪਾਸੇ ਵੱਲ ਜਿਹੜਾ ਹੈ ਹੁਣ ਅਕਾਲੀ ਦਲ ਇਸ ਸਾਰੀ ਸਿਚੁਏਸ਼ਨ 'ਚੋਂ ਕਿਵੇਂ ਉੱਭਰੂਗਾ? ਅਕਾਲੀ ਦਲ ਨੂੰ ਤਾਂ ਹੁਣ ਇਹ ਖਤਰਾ ਹੋਇਆ ਪਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਸਾਡਾ ਜਿਸ ਤਰ੍ਹਾਂ ਅਸੀਂ ਕਾਬਜ਼ਾਂ, ਕਿਤੇ ਜੇ ਛੇਤੀ ਬੀਜੇਪੀ ਚੋਣਾਂ ਕਰਵਾ ਦਿੰਦੀ ਹੈ, ਕਿਉਂਕਿ ਇਹ ਪਾਰਲੀਮੈਂਟ ਨੇ ਫੈਸਲਾ ਲੈਣਾ ਹੁੰਦਾ ਤੇ ਹੋਮ ਮਿਨਿਸਟਰੀ ਨੇ ਫੈਸਲਾ ਲੈਣਾ ਹੁੰਦਾ, ਤੇ ਵੀ ਕੀ ਸਾਡੇ ਹੱਥ ਕਿਤੋਂ ਇਹ ਵੀ ਤਾਂ ਨਹੀਂ ਖੁੱਸ ਜਾਏਗੀ। ਹੁਣ ਉਹ ਉਸ ਗੱਲ ਦੇ ਲਾਲੇ ਪਏ ਹੋਏ ਆ। ਕੋਈ ਵੀ ਪ੍ਰੋਗਰਾਮ ਜਿਹੜਾ ਹੈ ਅਕਾਲੀ ਦਲ ਪਿਛਲੇ ਸਮੇਂ ਤੋਂ ਦੌਰਾਨ ਜਦੋਂ ਤੋਂ ਚੋਣਾਂ 'ਚ ਹਾਰਿਆ, ਸਿਰਫ 3 ਇਹਨਾਂ ਦੇ ਜਿਹੜੇ ਸੀ MLA ਜਿੱਤੇ ਨੇ, ਕੋਈ ਵੀ ਪ੍ਰੋਗਰਾਮ ਜਿਹੜਾ ਸੀ ਇਹ ਨਹੀਂ ਦੇ ਸਕੇ। ਇੱਥੇ ਬਿਆਨ ਦੇਣਾ ਹੋਰ ਗੱਲ ਹੈ, ਭਾਵੇਂ ਸੁਖਬੀਰ ਬਾਦਲ ਬਿਆਨ ਦੇਣ, ਭਾਵੇਂ ਮਜੀਠੀਆ ਸਾਹਿਬ ਬਿਆਨ ਦੇਣ, ਬਿਆਨ ਉਧਰੋਂ ਸੁਖਜਿੰਦਰ ਸਿੰਘ ਰੰਧਾਵਾ ਵੀ ਦਿੰਦੇ ਆ, ਬਿਆਨ ਪ੍ਰਤਾਪ ਸਿੰਘ ਬਾਜਵਾ ਵੀ ਦਿੰਦੇ ਆ, ਪਰ ਉਹ ਐਡੀ ਬਚਗਾਨਾ ਗੱਲਾਂ ਤੇ ਆ ਕੇ ਬਿਆਨ ਦਿੰਦੇ ਆ, ਉਹ ਲੋਕਾਂ ਨੂੰ, ਪੜ੍ਹਨ ਵਾਲਿਆਂ ਨੂੰ ਵੀ ਕਈ ਵਾਰੀ ਛਿੱਥੇ ਪੈ ਜਾਂਦੇ ਆ ਕਿ ਇਹ ਕੋਈ ਗੱਲ ਜਿਹੜੀ ਹੈ ਐਡੇ ਵੱਡੇ ਆਗੂਆਂ ਦੇ ਕਰਨ ਵਾਲੀ ਗੱਲ ਹੈ। ਸਾਰੀ ਗੱਲ ਜਿਹੜੀ ਜਦੋਂ ਸਾਹਮਣੇ ਆ ਰਹੀ ਹੈ, ਸੋ ਮੈਂ ਸਮਝਦਾ ਕਿ ਇੱਥੇ ਮਜ਼ਬੂਤ ਵਿਰੋਧੀ ਧਿਰ ਦਾ ਜਿੱਦਾਂ ਦਾ ਕੋਈ ਰੋਲ ਹੋਣਾ ਚਾਹੀਦਾ ਸੀ, ਹੁਣ ਤੱਕ ਕੋਈ ਵੱਡਾ ਕੋਈ ਮੁਜ਼ਾਹਰਾ, ਕੋਈ ਵੱਡਾ ਧਰਨਾ, ਕੋਈ ਵੱਡਾ ਪ੍ਰੋਗਰਾਮ ਨਾ ਕਾਂਗਰਸ ਕਰ ਪਾਈ ਹੈ, ਨਾ ਅਕਾਲੀ ਦਲ ਕਰ ਪਾਇਆ। ਤੇ ਬੀਜੇਪੀ ਦੀ ਵੀ ਤੁਸੀਂ ਜਿਹੜੀ ਥੋੜ੍ਹੀ ਜ਼ਿਕਰ ਕੀਤਾ ਕਿ ਬੀਜੇਪੀ ਹੁਣ ਜ਼ੋਰ ਲਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪੇਂਡੂ ਖੇਤਰਾਂ 'ਚ ਜਾਂ ਸਿੱਖਾਂ ਦੇ ਵਿੱਚ ਕਿਵੇਂ ਨਾ ਕਿਵੇਂ ਐਂਟਰੀ ਕੀਤੀ ਜਾਵੇ। ਤੇ ਸ਼ੁਰੂ ਤੋਂ ਹੀ ਜਿਹੜਾ ਸੀ ਪਿੱਛੇ ਜੇ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਹੈਗਾ ਸ਼ਹੀਦੀ ਦਿਨ ਜਿਹੜਾ ਮਨਾਇਆ ਵੀਰ ਬਾਲ ਦਿਵਸ ਦੇ ਰੂਪ ਦੇ ਵਿੱਚ, ਠੀਕ ਆ, ਭਾਵੇਂ ਉਹਨਾਂ ਦਾ ਪੋਜ਼ੀਟਿਵ ਇੱਕ ਸਾਰੇ ਪਾਸੇ ਗੱਲ ਗਈ, ਤੇ ਪਰ ਇਹ ਵੀ ਨਾਲ ਉਹਨਾਂ ਦੀ ਇੱਕ ਇਹ ਕੋਸ਼ਿਸ਼ ਵੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਕਿਉਂਕਿ ਹੁਣ ਤੱਕ ਬੀਜੇਪੀ ਹਮੇਸ਼ਾ ਹੀ, ਭਾਵੇਂ ਇੱਥੇ ਕਾਂਗਰਸ ਦੀ ਸਰਕਾਰ ਹੁੰਦੀ ਸੀ, ਭਾਵੇਂ ਸੈਂਟਰ 'ਚ ਕਾਂਗਰਸ ਦੀ ਸਰਕਾਰ ਹੁੰਦੀ ਸੀ, ਤੇ ਬੀਜੇਪੀ ਹਮੇਸ਼ਾ ਹੀ ਕਿ ਇੱਥੇ ਇੱਕ ਟੇਢੇ ਤਰੀਕੇ ਨਾਲ ਜਿਹੜੀ ਹੈ ਚੱਲਦੀ ਰਹੀ ਹੈ, ਖਾਸ ਕਰਕੇ ਸਿੱਖ ਵਿਚਾਰਧਾਰਾ ਦੇ ਨਾਲ ਉਹਦਾ ਕਦੇ ਕਿਸੇ ਮਾਮਲੇ ਤੇ ਮੇਲ ਨਹੀਂ ਆਇਆ। ਹਾਂ, ਜਦੋਂ ਸਿਆਸੀ ਤੌਰ ਤੇ ਕਿਤੇ ਗੱਲ ਆਉਂਦੀ ਸੀ ਉਦੋਂ ਅਕਾਲੀ ਦਲ ਨਾਲ ਜਿਹੜੀ ਸਾਂਝ ਹੈ ਉਹ ਜ਼ਰੂਰ ਪੈ ਜਾਂਦੀ ਸੀ, 9 ਮਾਸ ਦੇ ਰਿਸ਼ਤੇ ਦੀ ਗੱਲ ਆ ਜਾਂਦੀ ਸੀ। ਜੀ ਪ੍ਰਾਸ਼ੀ ਜੀ, ਇਸ ਮਾਮਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਜਦੋਂ ਆਪਾਂ ਵਿਰੋਧੀ ਧਿਰਾਂ ਦੀ ਗੱਲ ਕਰਦੇ ਹਾਂ, ਹਾਕਮ ਧਿਰ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ, ਵਿਰੋਧੀ ਧਿਰਾਂ ਦੀ ਭੂਮਿਕਾ ਜਦੋਂ ਦੀ ਆਮ ਆਦਮੀ ਪਾਰਟੀ ਸੱਤਾ 'ਚ ਆਈ ਹੈ, ਤੁਸੀਂ ਰੁਪਾਲ ਜੀ ਨੂੰ ਸੁਣਿਆ, ਜੰਡੂ ਸਾਹਿਬ ਨੂੰ ਸੁਣਿਆ, ਤੁਹਾਡਾ ਕੀ ਨਜ਼ਰ ਹੈ ਕਿ ਵਿਰੋਧੀ ਧਿਰ ਜਿਹੜੀ ਹੈਗੀ ਹੈ ਉਹ ਆਪਣੀ ਭੂਮਿਕਾ ਨਿਭਾ ਰਹੀ ਹੈ, ਚਾਹੇ ਅਕਾਲੀ ਦਲ ਹੈ, ਕਾਂਗਰਸ ਹੈ ਜਾਂ ਭਾਜਪਾ ਦੀ ਆਪਾਂ ਜਦੋਂ ਗੱਲ ਕਰਦੇ ਹਾਂ? ਪ੍ਰਾਸ਼ੀ ਸਾਹਿਬ, ਰੁਪਾਲ ਜੀ ਨੇ ਜ਼ਿਕਰ ਕੀਤਾ ਕਿ ਇਹਦੇ ਨੇਤਾ ਜਿਹੜੇ ਹੈਗੇ ਆਪਣੇ ਸ਼ਰਦ ਪਵਾਰ, ਉਹਨਾਂ ਨੇ ਕਿਹਾ ਕਿ ਕਾਂਗਰਸ ਜਿਹੜੀ ਹੈ ਉਹ ਇੱਕ ਵਿਚਾਰਧਾਰਾ ਨੂੰ ਰਿਪਰੈਜ਼ੈਂਟ ਕਰਦੀ ਹੈ। ਉਹ ਵਿਚਾਰਧਾਰਾ ਕੀ ਹੈ? ਸੈਕੂਲਰ। ਸੈਕੂਲਰ ਵਿਚਾਰਧਾਰਾ ਹੈ ਕਿ ਹਰ ਧਰਮ ਦੇ ਬੰਦੇ ਜਿਹੜੇ ਹੈ ਇਸ ਪਾਰਟੀ ਵਿੱਚ ਆ ਸਕਦੇ ਆ, ਔਰ ਹਰ ਕਾਸਟ ਦਾ, ਚਾਹੇ ਰਿਲੀਜਨ ਦਾ ਹੋਵੇ, ਧਰਮ ਦਾ ਹੋਵੇ, ਕੋਈ ਹੋਵੇ, ਇਹਦੇ ਵਿੱਚ ਰਿਪਰੈਜ਼ੈਂਟ ਹੋਵੇ। ਲੇਕਿਨ ਇਹ ਭਾਰਤ ਜੋੜੋ ਯਾਤਰਾ ਜਿਹੜੀ ਰਾਹੁਲ ਗਾਂਧੀ ਦੀ ਹੈ, ਉਹ ਠੀਕ ਹੈ ਕਿ ਉਹ ਚਲੀ ਜਾ ਰਹੀ ਹੈ ਔਰ ਲੋਕ ਨਾਲ ਜੁੜ ਰਹੇ ਹੈ, ਲੇਕਿਨ ਮੈਨੂੰ ਕਈ ਇਹੋ ਜਿਹੇ ਜਿਹੜੇ ਕਿ ਜਿੱਥੇ ਰਾਹੁਲ ਗਾਂਧੀ ਮੰਦਰਾਂ 'ਚ ਜਾ ਕੇ ਮੱਥੇ ਟੇਕ ਰਹੇ ਹੈ, ਤਿਲਕ ਲਾ ਰਹੇ ਹੈ, ਜ਼ਮੀਨਾਂ 'ਤੇ ਲੇਟ ਰਹੇ ਹੈ, ਉਹ ਕੀ ਮੈਸੇਜ ਦੇਣਾ ਚਾਹੁੰਦੇ ਹੈ? ਮੈਂ ਹੁਣ ਉਹੀ ਰਾਹ 'ਤੇ ਤੁਰ ਪਏ ਹੈ ਜਿਹੜੀ ਬੀਜੇਪੀ ਤੁਰੀ ਹੈ, ਜਾਂ ਉਹ ਇਹ ਦੱਸਣਾ ਚਾਹੁੰਦੇ ਹੈ ਕਿ ਮੈਂ ਵੀ ਅਗਰ ਸੈਕੂਲਰ ਵੀ ਹੈਗਾ ਤੇ ਮੈਂ ਹਿੰਦੂ ਵੀ ਹੈਗਾ ਤੇ ਮੈਂ ਮੰਦਰਾਂ 'ਚ ਵੀ ਜਾਣਾ। ਭਾਈ ਮੇਰਾ ਕਹਿਣ ਦਾ ਮਤਲਬ ਹੈ ਕਿ ਪਾਰਟੀ ਨੂੰ ਇੱਕ ਸਟੈਂਡ ਲੱਗੇ, ਔਰ ਉਹ ਸਟੈਂਡ ਹੈਗਾ ਕਿ ਅਸੀਂ ਹਿੰਦੁਸਤਾਨ ਦੀ ਜਿਹੜੀ ਸੈਕੂਲਰ ਹੈ
ਜਾਂ ਇਹਦਾ ਸਿਸਟਮ ਹੈ ਜਿਹਦੇ ਵਿੱਚ ਹਿੰਦੂ ਸਿੱਖ ਮੁਸਲਿਮ ਕ੍ਰਿਸਚਨ ਸਾਰੇ ਜਿਹੜੇ ਇਕੱਠੇ ਹੈਗੇ ਆ ਉਹ ਉਹਨੂੰ ਰਿਪਰੈਜ਼ੈਂਟ ਕਰਦੇ ਆ। ਲੇਕਿਨ ਜਦ ਤੁਸੀਂ ਉਸੇ ਰਾਹ ਵੀ ਤੁਰਦੇ ਹੋ ਤੇ ਬੀਜੇਪੀ ਸ਼ੁਰੂ ਹੋਈ ਹੈ ਤੇ ਫਿਰ ਥੋੜਾ ਜਲਦ ਰਹਿ ਗਿਆ। ਦੂਜੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਾਂਗਰਸ ਜਿਸ ਤਰ੍ਹਾਂ ਖੁਰੀ ਹੈ ਉਹਦਾ ਮੈਂ ਸਮਝਦਾ ਹਾਂ ਕਿ ਪਾਰਟੀ ਦੀ ਮੁੜ ਕੇ ਜਿਹੜਾ ਸਾਹਮਣਾ ਬਹੁਤ ਮੁਸ਼ਕਿਲ ਹੋ ਜਾਣਾ ਹੈ। ਔਰ ਇਹ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਜੇਲ੍ਹ 'ਚ ਛੁੱਟ ਕੇ ਆਉਣਗੇ ਤੇ ਮੈਂ ਸਮਝਦਾ ਕਿ ਉਹਦੇ ਲਈ ਉਹ ਅੱਛਾ ਹੋਵੇਗਾ ਅਗਰ ਪਾਰਟੀ ਉਹਨੂੰ ਮੁੜ ਕੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਂਦੀ ਹੈ। ਉਹ ਬੰਦੇ ਨਾਲ ਜੋੜ ਵੀ ਸਕਦੇ ਆ, ਉਹਨਾਂ ਦੀ ਆਪਣੀ ਐਨਰਜੀ ਪੋਜ਼ਿਟਿਵ ਹੈ ਔਰ ਜਿਸ ਤਰ੍ਹਾਂ ਦੀ ਐਨਰਜੈਟਿਕ ਉਹ ਕਰਦੇ ਆ ਪਾਰਟੀ ਨੂੰ ਕੋਈ ਤਰ੍ਹਾਂ ਮੁੜ ਕੇ ਰਿਵਾਈਵ ਕੀਤਾ ਜਾ ਸਕਦਾ ਇੱਥੇ। ਲੇਕਿਨ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਕਿ ਰੁਪਾਲ ਜੀ ਨੇ ਕਿਹਾ ਕਿ ਉਹਨਾਂ ਦੇ ਆਪਣੇ ਹੱਥਾਂ ਪਈ ਹੋਈ ਹੈ ਪਾਰਟੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਦੀ ਇਹਨਾਂ ਨੇ ਬੀਜੇਪੀ ਨੂੰ ਆਪਣਾ ਵਿਛੋੜਾ ਕੀਤਾ ਹੈ ਪਾਰਟੀ ਰੋ ਗਈ ਹੈ ਜੀ। ਇਹਨਾਂ ਨੂੰ ਪੂਰੇ ਇਲੈਕਸ਼ਨ ਵੀ ਮਾਰ ਪਈ, ਪਾਰਲੀਮੈਂਟ ਵੀ ਮਾਰ ਪਈ ਔਰ ਪਾਰਟੀ ਦੇ ਅੰਦਰ ਤੁਸੀਂ ਜਾ ਕੇ ਲੋਕਾਂ ਨਾਲ ਗੱਲ ਕਰੋ ਉਹ ਕਹਿੰਦੇ ਜੀ 10 ਸਾਲ 5 ਸਾਲ ਹੋ ਗਏ ਆ, ਤੀਜੀ ਵਾਰ ਹਾਰ ਗਏ ਆ, ਤੀਜੀ ਵਾਰ ਵੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ। ਸਾਨੂੰ ਨਹੀਂ ਲੱਗਦਾ ਵਿਦ ਰਿਜ਼ਲਟ ਪਾਰਟੀ ਦੇ ਵਿੱਚ ਬੜੀ ਭਾਰੀ ਡਿਸਪੋਟੈਂਸੀ ਹੈਗੀ ਹੈ। ਜੀ ਜੀ ਲੇਟੈਸਟ ਜਿਹੜੀ ਪਾਰਟੀ ਹੈ ਉਹ ਬੀਬੀ ਜਗੀਰ ਕੌਰ ਹੈ। ਉਹਦੇ ਤੇ ਵੀ ਪਾਰਟੀ ਦੇ ਅੰਦਰ ਕਈ ਇਹੋ ਜਿਹੀਆਂ ਆਵਾਜ਼ਾਂ ਉੱਠੀਆਂ ਕਿ ਉਹਨਾਂ ਨੂੰ ਪਾਰਟੀ ਤੋਂ ਬਾਹਰ ਕੱਢਿਆ ਨਹੀਂ ਸੀ ਜਾਣਾ। ਉਹ ਪਾਰਟੀ ਦੀ ਅਸੈਪਟ ਹੈਗੀ ਸੀ, ਉਹ ਲੀਡਰ ਸੀ। ਇਹਨੂੰ ਇਹੋ ਜਿਹੀ ਵਿਚਾਰਧਾਰਾ ਚੱਲੀ ਹੋਈ ਹੈ ਪਾਰਟੀ ਵਿੱਚ, ਉਹ ਹੌਲੀ ਹੌਲੀ ਕਰਕੇ ਜਿਹੜੇ ਸਾਰੇ ਬਾਹਰ ਜਾ ਰਹੇ ਨਿਕਲ ਜਾਂਦੇ ਔਰ ਫਿਰ ਬਾਦਲ ਕਰਦੇ ਜਿੰਨਾ ਕੋਲ ਹੋ ਸਕਦਾ ਉਹ ਆਪਣਾ ਕਰਦੇ ਹੈ ਲੇਕਿਨ ਉਹ ਗੱਲਬਾਤ ਨਹੀਂ ਰਹੀ, ਪੈਰ ਜਮ ਨਹੀਂ ਰਹੀ। ਓਕੇ, ਥੈਂਕ ਯੂ ਪ੍ਰੈਸ ਸਾਹਿਬ। ਜਨਰਲ ਸਾਹਿਬ ਇੱਕ ਸਵਾਲ ਇਹ ਵੀ ਬਣਦਾ ਹੈ ਬਾਈ ਨੂੰ ਲੈ ਕੇ, ਜਿਸ ਤਰੀਕੇ ਨਾਲ ਪੰਜਾਬ 'ਚ ਪੋਲੀਟੀਕਲ ਪਾਰਟੀਆਂ ਦੀ ਟੁੱਟ ਭੱਜ ਹੋਈ ਹੈ, ਜਿੱਦਾਂ ਫਰਾਸੀ ਜੀ ਕਹਿ ਰਹੇ ਹੈ, ਰੁਪਾਲ ਜੀ ਨੇ ਵੀ ਕਿਹਾ ਕਿ ਇੱਕ ਤਾਂ ਅੰਦਰੂਨੀ ਲੜਾਈ ਝਗੜੇ ਕਾਂਗਰਸ ਦੇ ਅਕਾਲੀ ਦਲ ਦੇ, ਔਰ ਜਿੱਦਾਂ ਕੁਝ ਲੋਕ ਜਿਹੜੇ ਕਿ ਨੇਤਾ ਛਾਲਾਂ ਮਾਰ ਕੇ ਭਾਜਪਾ ਚਲੇ ਗਏ, ਦੂਜੀਆਂ ਪਾਰਟੀਆਂ ਚਲੇ ਗਏ ਜਿਨ੍ਹਾਂ 'ਚ ਵੱਡੇ ਵੱਡੇ ਚਿਹਰੇ ਵੀ ਹੈ, ਉਹ ਟੁੱਟ ਭੁੱਜ ਨਾਲ ਜਿਹੜੀ ਸਾਹਮਣੇ ਆਈ ਹੈ ਕਿ ਲੱਗਦਾ ਹੈ ਕਿ ਕੋਈ ਸਿਧਾਂਤਕ ਪੱਧਰ 'ਤੇ ਕੋਈ ਗੱਲ ਰਹਿ ਗਈ ਹੈ ਜਾਂ ਸੱਤਾ ਦੀ ਲੜਾਈ ਹੀ ਪੰਜਾਬ 'ਚ ਨਜ਼ਰ ਆਈ ਕਿ ਸੱਤਾ ਹਾਸਲ ਕਰਨ ਲਈ ਕਿਸੇ ਵੀ ਪਾਰਟੀ ਨੂੰ ਜੁਆਇਨ ਕੀਤਾ ਜਾ ਸਕਦਾ ਔਰ ਕਿਸੇ ਨੂੰ ਵੀ ਛੱਡਿਆ ਜਾ ਸਕਦਾ। ਅਸਲ 'ਚ ਸਰ ਲੜਾਈ ਹੀ ਹੁਣ ਸੱਤਾ ਦੀ ਤੇ ਕੁਰਸੀ ਦੀ ਰਹਿ ਗਈ ਹੈ, ਸਿਧਾਂਤਾਂ ਦੀ ਵਿਚਾਰਧਾਰਾ ਦੀ ਗੱਲ ਤਾਂ ਬਹੁਤ ਦੂਰ ਚਲੀ ਗਈ। ਅਸੀਂ ਹੁਣ ਦੇਖਦੇ ਹਾਂ ਕਿ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਹੋਣੀ ਜਿਹੜਾ ਉਹਨਾਂ ਦਾ ਪਿਛਲਾ ਸਾਰਾ ਕੈਰੀਅਰ ਹੈ, ਸੁਨੀਲ ਜਾਖੜ ਉਹਨਾਂ ਦਾ ਤਾਂ ਪਰਿਵਾਰ ਦਾ ਹੀ ਹੈ ਕਿ ਉਹਨਾਂ ਦੇ ਪਿਤਾ ਜੀ ਤੋਂ ਲੈ ਕੇ ਅੱਗੇ ਤੱਕ ਸਾਰਾ ਕਿ ਉਹ ਧਰਮ ਨਿਰਪੱਖਤਾ ਦੀ ਜਿਹੜੀ ਵਿਚਾਰਧਾਰਾ ਉਹਦੇ ਨਾਲ ਜੁੜੇ ਰਹੇ ਆ, ਮਾਈਨੋਰਟੀ ਦੇ ਹੱਕ 'ਚ ਖੜਦੇ ਰਹੇ ਆ। ਇਹੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਸੀ। ਪਰ ਹੁਣ ਅਸੀਂ ਦੇਖਦੇ ਹਾਂ ਕਿ ਉਸ ਪਾਰਟੀ ਚਲੇ ਗਿਆ ਜਿਹੜੇ ਮਾਈਨੋਰਟੀ ਦੇ ਖਿਲਾਫ ਕੰਮ ਕਰ ਰਹੀ ਹੈ ਔਰ ਜਿਸ ਤਰ੍ਹਾਂ ਦਾ ਮਾਈਨੋਰਟੀ ਦੇ ਖਿਲਾਫ ਕੰਮ ਹੋ ਰਿਹਾ ਔਰ ਦੇਸ਼ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਉਸ ਤੋਂ ਲੱਗਦਾ ਹੈ ਕਿ ਵੀ ਵਿਚਾਰਧਾਰਾ ਦਾ ਕੋਈ ਅਰਥ ਨਹੀਂ, ਸਿਰਫ ਕੁਰਸੀ ਕਿੱਥੋਂ ਮਿਲ ਸਕਦੀ ਹੈ, ਤੁਹਾਨੂੰ ਸੱਤਾ ਕਿੱਥੋਂ ਮਿਲ ਸਕਦੀ ਹੈ, ਉੱਥੇ ਹੀ ਜਾ ਰਹੇ ਆ ਸਾਰੇ। ਔਰ ਉਹੀ ਕਾਰਨ ਹੈ ਕਿ ਜਿਹੜਾ ਇਸ ਵੇਲੇ ਕਾਂਗਰਸ ਦੇ ਵਿੱਚ ਇਹ ਜਿਹੜੇ ਸਾਰੇ ਪੁਰਾਣੇ ਲੀਡਰ ਸੀਗੇ ਜਿਹੜੇ ਚਾਹੇ ਉਹ ਮੰਤਰੀ ਰਹੇ ਚਾਹੇ MLA ਰਹੇ, ਬਹੁਤੇ ਉਹਨਾਂ 'ਚੋਂ ਜਿਹੜੇ ਆ ਐਸਟੈਬਲਿਸ਼ ਲੀਡਰ ਸੀ, ਸਥਾਪਿਤ ਜਿਹੜੀ ਲੀਡਰਸ਼ਿਪ ਸੀ ਉਹ ਭਾਰਤੀ ਜਨਤਾ ਪਾਰਟੀ ਚਲੀ ਗਈ। ਪਰ ਭਾਰਤੀ ਜਨਤਾ ਪਾਰਟੀ ਨੂੰ ਇਹ ਆਸ ਲੱਗਦੀ ਹੈ ਕਿ ਸ਼ਾਇਦ ਇਹ ਹੀ ਸਾਡਾ ਬੇੜਾ ਪਾਰ ਲਾ ਦੇਣਗੇ। ਪਰ ਜਿਨ੍ਹਾਂ ਲੋਕਾਂ ਨੇ ਪੰਜਾਬ ਦੇ ਵਿੱਚ ਇੰਨੇ ਨੇ ਵਾਅਦੇ ਕੀਤੇ ਸੀ ਔਰ ਲੋਕਾਂ ਨੇ ਉਹਨਾਂ ਨੂੰ ਪਰਖਿਆ ਹੋਇਆ ਉਸ ਲੀਡਰਸ਼ਿਪ ਨੂੰ ਔਰ ਬਕਾਇਦਾ ਪਿਛਲੀਆਂ ਚੋਣਾਂ 'ਚ ਜਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਏ ਆ ਉਹਦੇ ਤੋਂ ਵੀ ਇਹ ਲੱਗਦਾ ਹੈ ਕਿ ਮਤਲਬ ਲੋਕ ਉਹਨਾਂ ਲੀਡਰਾਂ ਨੂੰ ਉਸ ਤਰ੍ਹਾਂ ਹੁੰਗਾਰਾ ਨਹੀਂ ਭਰਦੇ ਔਰ ਨਾ ਹੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਹੈ। ਖਾਸ ਕਰਕੇ ਪੰਜਾਬ ਦਾ ਜਿਹੜਾ ਵੋਟਰ ਹੈ ਉਹ ਧਰਮ ਨਿਰਪੱਖ ਵੋਟਰ ਹੈ। ਇਹਨੇ ਇੱਥੇ ਪਹਿਲੀਆਂ ਜਿਹੜੀਆਂ ਝੁੱਲੀਆਂ ਹਨੇਰੀਆਂ ਉਹਨਾਂ ਹਨੇਰੀਆਂ 'ਚ ਵੀ ਪੰਜਾਬ ਦੇ ਵੋਟਰ ਨੇ ਇੱਕ ਵੱਖਰੇ ਤਰ੍ਹਾਂ ਦਾ ਫਤਵਾ ਦਿੱਤਾ ਔਰ ਕੋਸ਼ਿਸ਼ ਇਹੀ ਰਹੀ ਕਿ ਜਿਹੜਾ ਅਕਾਲੀ ਦਲ ਨੇ ਵੀ ਜਦੋਂ ਆਪਣੇ ਆਪ ਨੂੰ ਪੰਜਾਬੀ ਪਾਰਟੀ ਦੇ ਤੌਰ ਤੇ ਪੇਸ਼ ਕਰਨਾ ਸ਼ੁਰੂ ਕੀਤਾ ਤਾਂ ਉਸ ਸਮੇਂ ਹੀ ਉਹਨਾਂ ਨੂੰ ਪੰਜਾਬ ਵਿੱਚ ਵੀ ਸੱਤਾ ਜਿਹੜੀ ਹੈ ਉਹਨਾਂ ਦੀ ਸਥਿਰ ਰਹੀ ਹੈ। ਜਿਹੜੀ ਪ੍ਰਕਾਸ਼ ਸਿੰਘ ਬਾਦਲ ਹੋਣਾ ਤੇ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਗੱਠਜੋੜ ਸੀਗਾ ਉਹ ਉਨੀ ਦੇਰ ਉਦੋਂ ਹੀ ਸਫਲ ਹੋਇਆ 1996-97 ਵਿੱਚ। ਉਸ ਤੋਂ ਪਹਿਲਾਂ ਬੇਸ਼ੱਕ ਅਕਾਲੀ ਦਲ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਪਰ ਉਹ ਆਪਣਾ ਸਮਾਂ ਪੂਰਾ ਨਹੀਂ ਕਰ ਸਕੀਆਂ ਔਰ ਜਿੰਨੀਆਂ ਵੀ ਪਹਿਲੀਆਂ ਸਰਕਾਰਾਂ ਰਹੀਆਂ ਉਹ ਇੱਥੇ ਲਗਭਗ ਜਿਹੜੀਆਂ ਧਰਮ ਨਿਰਪੱਖ ਸਰਕਾਰਾਂ ਸੀ ਔਰ ਉਹਨਾਂ ਨੇ ਹੀ ਮਤਲਬ ਇੱਥੇ ਸਮਾਂ ਆਪਣਾ ਪੂਰਾ ਕੀਤਾ। ਇਹਦੇ ਤੋਂ ਲੱਗਦਾ ਹੈ ਕਿ ਪੰਜਾਬ ਦੇ ਜਿਹੜੇ ਲੋਕ ਹੈ ਪੰਜਾਬੀ ਨੇ ਜਿਹੜੇ ਉਹ ਇੱਕ ਵੱਖਰੀ ਤਰ੍ਹਾਂ ਦੇ ਸੱਭਿਆਚਾਰ ਦੇ ਵੱਖਰੀ ਤਰ੍ਹਾਂ ਦੇ ਜਿਹੜੇ ਸੁਭਾਅ ਹੈ ਤੇ ਵੱਖਰੀ ਤਰ੍ਹਾਂ ਰਾਜਸੀ ਤੌਰ ਤੇ ਬਿਹੇਵ ਕਰਦੇ ਆ। ਸੋ ਇਸ ਕਰਕੇ ਇਹ ਸਾਰੀ ਸਥਿਤੀ 'ਚ ਲੱਗਦਾ ਹੈ ਕਿ ਜਿਹੜੇ ਲੋਕ ਇਸ ਤਰ੍ਹਾਂ ਵਿਚਾਰਧਾਰਾ ਨੂੰ ਛੱਡ ਕੇ ਪਾਸੇ ਜਾ ਰਹੇ ਆ ਲੋਕ ਉਹਨਾਂ ਨੂੰ ਮੂੰਹ ਨਹੀਂ ਲਾਉਣਗੇ। ਜੀ
ਤੁਹਾਡਾ ਆਪਣਾ ਨਜ਼ਰੀਆ। ਰਪਾਲ ਜੀ, ਇਸ ਮਾਮਲੇ ਤੇ ਕਿਵੇਂ ਦੇਖਦੇ ਹੋ? ਜੰਡੂ ਸਾਹਿਬ ਨੇ ਵੱਡੀ ਗੱਲ ਕਹੀ ਹੈ ਕਿ ਜਿਹੜੇ ਲੋਕ ਪਾਰਟੀਆਂ ਛੱਡ ਕੇ ਗਏ ਆ, ਅਮਰਿੰਦਰ ਹੈ, ਇਸੇ ਤਰੀਕੇ ਨਾਲ ਜਾਖੜ ਹੈ, ਜਾਂ ਹੋਰ ਕੁਝ ਆਗੂ ਜਿਹੜੇ ਸਾਬਕਾ ਮੰਤਰੀ ਵੀ ਹੈ, ਉਹਨਾਂ ਦੇ ਜਾਣ ਦੇ ਨਾਲ ਚਾਹੇ ਭਾਜਪਾ 'ਚ ਗਏ ਆ ਜਾਂ ਕਿਸੇ ਹੋਰ ਧਿਰ 'ਚ ਗਏ ਆ, ਕਿ ਉਹ ਦੁਬਾਰਾ ਮੁੜ ਕੇ ਜਿਹੜਾ ਹੈਗਾ ਪੰਜਾਬੀਆਂ ਦਾ ਭਰੋਸਾ ਜਿੱਤ ਸਕਦੇ ਆ? ਕਿਉਂਕਿ 22 ਜਿਹੜਾ ਜਾ ਰਿਹਾ ਹੈ, ਜਦੋਂ ਆਪਾਂ ਅਲਵਿਦਾ ਆਖ ਰਹੇ ਹਾਂ 22 ਨੂੰ, ਤਾਂ ਵੱਡੀ ਰਾਜਸੀ ਟੁੱਟ ਭੱਜ ਵੀ ਹੋਈ ਹੈ ਇਸ ਸਾਲ ਦੇ ਦੌਰਾਨ। ਸਿੱਧੂ ਸਾਹਿਬ ਦੇਖੋ, ਜੇ ਆਪਾਂ ਪੰਜਾਬ ਦਾ ਨਾ ਪੂਰਾ ਆਪਾਂ ਇਤਿਹਾਸਕ ਪਿਛੋਕੜ ਦੇਖੀਏ, ਜਦੋਂ ਤੋਂ ਇੱਥੇ ਭਾਵੇਂ ਲਾਹੌਰ ਦੇ ਵਿੱਚ ਜਿਹੜੀ ਅਸੀਂ ਰੀਜਨਲ ਜਿਹੜੀ ਅਸੈਂਬਲੀ ਸੀ ਜਿਹੜੀ ਉਹ ਫਾਰਮ ਹੋਈ, ਤੇ ਜਿਹੜੀ ਪ੍ਰੋਵਿੰਸ਼ੀਅਲ ਜਿਹੜੀ ਅਸੈਂਬਲੀ ਸੀ, ਜੇ ਤੁਸੀਂ ਉੱਥੋਂ ਵੀ ਜਾ ਕੇ ਦੇਖ ਲਓ ਕਿ ਜਿੰਨੇ ਵੀ ਪੰਜਾਬੀਆਂ ਨੇ ਜਿਹੜੇ ਲੀਡਰਾਂ ਸਾਥ ਦਿੱਤਾ, ਜਿਹੜੇ ਲੋਕ ਲਹਿਰਾਂ 'ਚੋਂ ਉੱਭਰ ਕੇ ਆਏ ਨੇ, ਭਾਵੇਂ ਉਹ ਅਕਾਲੀ ਦਲ ਦੀ ਵੱਡੀ ਲਹਿਰ ਹੋਵੇ, ਭਾਵੇਂ ਇੱਥੇ ਕਾਂਗਰਸ ਦੀ ਲਹਿਰ ਹੋਵੇ, ਭਾਵੇਂ ਕਿਸੇ ਵੇਲੇ ਯੂਨੀਅਨਿਸਟ ਪਾਰਟੀ ਦੀ ਹੋਵੇ, ਤੇ ਪਰ ਹੌਲੀ ਹੌਲੀ ਕਿਉਂਕਿ ਉਹ ਲੀਡਰ ਐਸਟੈਬਲਿਸ਼ ਤਾਂ ਉਹ ਸਥਾਪਿਤ ਤਾਂ ਬਾਅਦ ਦੇ ਵਿੱਚ ਹੁੰਦੇ ਆ ਨਾ ਜੀ, ਤੇ ਉਹਨਾਂ ਦੇ ਨਾਲ ਜਦੋਂ ਲੋਕ ਕਿਸੇ ਮੂਵਮੈਂਟ ਕਰਕੇ ਜੁੜਦੇ ਆ, ਜੇ ਹੁਣ ਅੱਜ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਪੰਜਾਬ ਦੇ ਵਿੱਚ ਹੈ, ਉਹ ਵੀ ਇੱਕ ਲੋਕ ਲਹਿਰ ਦੇ ਕਰਕੇ ਹੈ, ਭਾਵੇਂ ਉਹਦਾ ਜਿਹੜਾ ਕਿਸੇ ਹੋਰ ਮੂਵਮੈਂਟ ਦਾ ਬਾਈ ਪ੍ਰੋਡਕਟ ਹੋਵੇ, ਭਾਵੇਂ ਤੁਸੀਂ ਇਹਨੂੰ ਕਿਸੇ ਵੀ ਤਰੀਕੇ ਨਾਲ ਇਹਦਾ ਪੋਲੀਟੀਕਲ ਜਿਹੜਾ ਐਨਾਲਿਸਿਸ ਕਰ ਸਕਦੇ ਹੋ। ਇਹ ਗੱਲ ਇਹਨਾਂ ਦੀ ਬਿਲਕੁਲ ਸਹੀ ਹੈ। ਇੱਥੇ ਸਿਰਫ ਤੇ ਸਿਰਫ ਧਰਮ ਦੇ ਨਾਂ ਤੇ ਜਿਹੜਾ ਹੈ ਤੁਸੀਂ ਨਹੀਂ ਕਰ ਸਕਦੇ। ਜਿੱਦਾਂ ਜੰਡੂ ਸਾਹਿਬ ਨੇ ਗੱਲ ਕੀਤੀ, ਮੈਂ ਬਿਲਕੁਲ ਇਸ ਗੱਲ ਦੀ ਤਾਇਦ ਕਰਦਾ ਕਿ ਅਕਾਲੀ ਦਲ ਨੇ ਜਦੋਂ ਪੰਥ ਦੇ ਨਾਂ ਤੇ ਗੱਲ ਕੀਤੀ, ਠੀਕ ਹੈ, ਉਹਨਾਂ ਨੂੰ ਕੁਝ ਸੀਟਾਂ ਮਿਲ ਗਈਆਂ, ਪਰ ਕਈ ਵਾਰ ਇਹ ਹੈ ਕਿ ਸਰਕਾਰ ਬਣਾਉਣ ਦੇ ਸਮਰੱਥ ਹੀ ਨਹੀਂ ਰਹੇ, ਉਹਨਾਂ ਨੂੰ ਜਿਹੜੀ ਸੀ ਹਮਾਇਤ ਲੈਣੀ ਪਈ। ਜੇ ਆਪਾਂ ਥੋੜ੍ਹਾ ਜਿਹਾ ਇਹਦੇ ਪਿੱਛੇ ਜਾਈਏ, ਜਦੋਂ ਜੁਆਇੰਟ ਪੰਜਾਬ ਸੀ, ਹਰਿਆਣਾ ਅਲੱਗ ਨਹੀਂ ਸੀ ਬਣਿਆ ਜਦੋਂ, ਤੇ ਉਦੋਂ ਇੱਕ ਸਿਚੁਏਸ਼ਨ ਇਹੋ ਜਿਹੀ ਆਈ ਕਿ ਜਨਸੰਘ ਜਿਹੜੀ ਬਿਲਕੁਲ ਹੀ ਉਲਟ ਖੜੀ ਸੀ ਪੰਜਾਬੀ ਬੋਲੀ ਦੇ ਮੁੱਦੇ ਤੇ ਕਿਸੇ ਵੇਲੇ, ਤੇ ਅਕਾਲੀ ਦਲ ਨੂੰ ਜਨਸੰਘ ਦੀ ਸਪੋਰਟ ਵੀ ਲੈਣੀ ਪਈ, ਖੱਬੇ ਪੱਖੀ ਪਾਰਟੀਆਂ ਦੀ ਸਪੋਰਟ ਵੀ ਲੈਣੀ ਪਈ ਸਰਕਾਰ ਬਣਾਉਣ ਵਾਸਤੇ। ਸੋ ਖੱਬੇ ਪੱਖੀ ਪਾਰਟੀਆਂ ਦੀ ਸਪੋਰਟ ਲੈਣ ਦਾ ਮਤਲਬ ਇਹ ਕਿ ਉਸ ਗੱਲ ਨੂੰ ਉਹ ਮੰਨਦੇ ਆ ਕਿ ਜਿਹੜੀ ਸੈਕੂਲਰ ਜਿਹੜੀ ਇੱਕ ਸਟੇਟ ਦਾ ਇੱਕ ਜਿਹੜਾ ਸਰੂਪ ਹੈ ਉਹ ਹੋਣਾ ਚਾਹੀਦਾ। ਸੋ ਉਸ ਤੋਂ ਬਾਅਦ ਵੀ ਜਦੋਂ ਸਰਕਾਰਾਂ ਬਣੀਆਂ, ਠੀਕ ਹੈ ਕਿ ਜਿਹੜੀ ਜੇ ਆਪਾਂ ਗੱਲ ਕਰੀਏ, ਜਦੋਂ 1985 ਦੀ ਜਿਹੜੀ ਚੋਣ ਹੁੰਦੀ ਹੈ ਬਲੂ ਸਟਾਰ ਆਪਰੇਸ਼ਨ ਤੋਂ ਬਾਅਦ, ਤੇ 1984 ਦੀ ਚੋਣ ਦਾ ਵਿੱਚ ਵੀ ਤੁਸੀਂ ਇਹ ਦੇਖ ਲਓ ਨਤੀਜਾ ਜਿਹੜਾ ਹੈ ਸਾਰਾ, ਭਾਵੇਂ ਸਰਜੀਤ ਸਿੰਘ ਬਰਨਾਲਾ ਦੀ ਅਗਵਾਈ ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੀ, ਪਰ ਇਹ ਵੀ ਅਕਾਲੀ ਦਲ ਨੇ ਵੀ ਉਸ ਵੇਲੇ ਜਿਹੜੇ ਸੀ ਉਹ ਆਗੂ ਜਿਹੜੇ ਦੂਸਰੇ ਸਿੱਖ ਧਰਮ ਤੋਂ ਇਲਾਵਾ ਹੋਰ ਧਰਮਾਂ ਦੇ ਨਾਲ ਸੰਬੰਧ ਸੀ, ਮਾਈਨੋਰਿਟੀ ਨਾਲ ਸੰਬੰਧ ਸੀ, ਜਾਂ ਇੱਥੋਂ ਤੱਕ ਕਿ ਹਿੰਦੂ ਜਿਹੜੇ ਸੀ ਉਹਨਾਂ ਨੂੰ ਮੰਤਰੀ ਕੈਬਨਿਟ ਦੇ ਵਿੱਚ ਵੀ ਲਿਆ। ਤੇ ਇਸ ਕਰਕੇ ਪੰਜਾਬ ਦਾ ਤਾਂ ਕਦੇ ਇਹ ਰਹੇ ਹੀ ਨਹੀਂ ਜੀ ਇਸ ਕਿਸਮ ਦਾ ਵੀ ਸੈਕੂਲਰ ਨਾ ਹੋਵੇ। ਥੈਂਕ ਯੂ ਵੈਰੀ ਮਚ। ਪ੍ਰੈਸ ਜੀ, ਆਖਰੀ ਕਮੈਂਟ ਇਸ ਬਹਿਸ ਨੂੰ ਸਮੇਟਣ ਤੋਂ ਪਹਿਲਾਂ ਮੈਂ ਤੁਹਾਡੇ ਜ਼ਰੂਰ ਲਵਾਂਗਾ, ਜਦੋਂ ਆਪਾਂ ਪੰਜਾਬ 'ਚ ਅਦਲਾ ਬਦਲੀ ਦੀ ਗੱਲ ਕਰਦੇ ਹਾਂ, ਦਲ ਬਦਲੀਆਂ ਦੀ ਗੱਲ ਕਰਦੇ ਹਾਂ, ਕਿਵੇਂ ਦੇਖਦੇ ਹੋ ਇਸ ਮੁੱਦੇ ਤੇ? ਕੋਈ ਪੰਜਾਬ 'ਚ ਇਸ ਦਾ ਕੋਈ ਸਕੋਪ ਜਾਂ ਆਉਣ ਵਾਲੇ ਦਿਨਾਂ 'ਚ ਉਹਨਾਂ ਆਗੂਆਂ ਦੀ ਥਾਂ ਸਪੇਸ ਰਹੇਗੀ ਜਿਨ੍ਹਾਂ ਨੇ ਦਲ ਬਦਲੀਆਂ ਨੂੰ ਬਹੁਤ ਵੱਡਾ ਹੁਲਾਰਾ ਦਿੱਤਾ? ਜਗਤਾਰ ਜੀ, ਫਿਲਹਾਲ ਦੀ ਘੜੀ ਦਾ 4 ਸਾਲ ਤੱਕ ਕਿਤੇ ਪੰਜਾਬ ਨਹੀਂ ਲੱਗੀ। ਇਹਨਾਂ ਦੀ ਜਿਹੜੀ ਕਰਪਸ਼ਨ ਕੈਂਪੇਨ ਹੈ ਨਾ, ਉਹ ਲੋਕਾਂ ਨੂੰ ਕਾਫੀ ਪਸੰਦ ਆਈ ਹੈ। ਇਹ ਦੇਖੋ ਕਿ ਆਮ ਆਦਮੀ ਪਾਰਟੀ ਉੱਭਰੀ ਹੀ ਅੰਨਾ ਦਾ ਐਂਟੀ ਮੂਵਮੈਂਟ ਜੋ ਹੈ ਉਹ ਬਣ ਕੇ ਨਿਕਲੀ ਹੈ। ਔਰ ਇਹ ਵੀ ਪੁਆਇੰਟ ਵਾਲਾ ਹੈ ਕਿ ਭਗਵੰਤ ਮਾਨ ਸਰਕਾਰ ਨੇ ਕਰਪਸ਼ਨ ਦੇ ਖਿਲਾਫ ਮੁਹਿੰਮ ਜਿਹੜੀ ਹੈ ਆਪਣੀ ਪਾਰਟੀ ਦੇ ਹੈਲਥ ਮਿਨਿਸਟਰ ਦੇ ਖਿਲਾਫ ਸ਼ੁਰੂ ਕੀਤੀ, ਜਿਸ ਨੂੰ ਅੰਦਰ ਕਰਕੇ ਉੱਥੋਂ ਸ਼ੁਰੂ, ਉਸ ਤੋਂ ਬਾਅਦ ਉਹਨਾਂ ਨੇ ਬਾਕੀ ਪਾਰਟੀਆਂ ਦੇ ਨੂੰ ਹੱਥ ਪਾਉਣਾ ਸ਼ੁਰੂ ਕੀਤਾ ਹੈ। ਵਿਦ ਰਿਜ਼ਲਟ ਕਿ 2 ਜਿਹੜੇ ਫਾਰਮਰ ਵਜ਼ੀਰ ਅੰਦਰ ਹੈ, ਤੀਜਾ ਜਿਹੜਾ ਅੰਦਰ ਰਹਿ ਕੇ ਬਾਹਰ ਆ ਚੁੱਕਾ ਹੈ, ਚੌਥਾ ਸੀਐਮ ਜਿਹੜਾ ਐਕਸ ਹੈ ਉਹਦੀ ਵਾਰੀ ਹੈਗੀ ਹੈ। ਫਿਲਹਾਲ ਦੀ ਘੜੀ ਤਾਂ ਮੈਂ ਸਮਝਦਾ ਹੈ ਕਿ ਕੋਈ ਸਕੋਪ ਨਹੀਂ ਹੈ, ਚਾਂਸ ਨਹੀਂ ਹੈ ਕੋਈ ਜੀ। ਠੀਕ ਹੈ, ਥੈਂਕ ਯੂ ਵੈਰੀ ਮਚ। ਆਪਾਂ ਨੂੰ ਚਾਹੀਦਾ ਹੈ ਕਿ ਬੀਜੇਪੀ ਪੰਜਾਬ ਦੇ ਵਿੱਚ ਵਧਾ ਰਹੀ ਹੈ, ਸ਼ੇਰਿਆਂ ਦੀ ਤਲਾਸ਼ੀ 20-25 ਸ਼ੇਰੇ ਜਿਹੜੇ ਹੈ ਉਹਨਾਂ ਦੇ ਵਿੱਚ ਕਈ ਉਹਨਾਂ ਵਿੱਚ ਜਿਹੜੇ ਹੈ ਉਹ ਪਾਰਲੀਮੈਂਟਰੀ ਸੀਟ ਦੇ ਉਮੀਦਵਾਰ ਹੈ। ਆਈ ਵਾਂਟ ਟੂ ਸਰਪ੍ਰਾਈਜ਼ ਕਿ ਗੁਰਦਾਸਪੁਰ ਹੋਇਆ, ਪਟਿਆਲਾ ਹੋਇਆ, ਸੰਗਰੂਰ ਹੋਇਆ, ਇਹੋ ਜਿਹੇ ਕੇਂਦਰਾਂ ਦੇ ਵਿੱਚ ਇਹਨਾਂ 6 ਸ਼ੇਰੇ ਕਰਦੇ ਨੇ। ਓਕੇ, ਥੈਂਕ ਯੂ ਪ੍ਰੈਸ ਸਾਹਿਬ। ਪਾਰਟੀ ਦੇ ਵਿੱਚ ਆਪਣੇ ਪੈਰੇ ਜਮਾਤ ਦੇ ਜੀ, ਮਿਹਰਬਾਨੀ ਪ੍ਰੈਸ ਜੀ, ਥੈਂਕ ਯੂ ਵੈਰੀ ਮਚ। ਤੁਹਾਡਾ ਵਿਊ ਪੁਆਇੰਟ ਆ ਗਿਆ। ਸੀਨੀਅਰ ਜਰਨਲਿਸਟਾਂ ਦਾ ਤੁਹਾਡੇ ਸਾਰਿਆਂ ਵੱਲੋਂ ਬਹੁਤ ਬਹੁਤ ਧੰਨਵਾਦ। ਦਰਸ਼ਕਾਂ ਦੇ ਲਈ ਸੁਨੇਹਾ, ਜਿੱਦਾਂ ਆਪਾਂ ਹਮੇਸ਼ਾ ਮੀਡੀਆ ਦੇ ਜਦੋਂ ਜਰਨਲਿਸਟ ਦੋਸਤ ਆਉਂਦੇ ਤਾਂ ਆਪਾਂ ਆਖਦੇ ਹਾਂ ਕਿ ਨਜ਼ਰੀਆ ਦੀ ਡਿਬੇਟ ਮੀਡੀਆ ਦੀਆਂ ਨਜ਼ਰਾਂ 'ਚ ਤੁਹਾਨੂੰ ਜ਼ਰੂਰ ਪਸੰਦ ਆਏਗੀ, ਅਤੇ ਇਸ ਵਿਊ ਪੁਆਇੰਟ ਨੂੰ ਤੁਸੀਂ ਆਪਣੇ ਸਰਕਲ ਦੇ ਨਾਲ, ਆਪਣੇ ਜਿਹੜੇ ਵੱਖ-ਵੱਖ ਜਿਹੜੇ ਹੈਗੇ ਗਰੁੱਪ ਹੈਗੇ ਉਹਨਾਂ ਦੇ ਨਾਲ ਸ਼ੇਅਰ ਵੀ ਜ਼ਰੂਰ ਕਰੋਗੇ।
ਤੁਹਾਡੇ ਸਾਰਿਆਂ ਵੱਲੋਂ ਸੀਨੀਅਰ ਪੱਤਰਕਾਰਾਂ ਦਾ ਮੈਂ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਆਪਾਂ ਲੈ ਰਹੇ ਹਾਂ ਇਜਾਜ਼ਤ 2022 ਦੀ ਡਿਬੇਟ ਨੂੰ ਅਲਵਿਦਾ ਆਖਦੇ ਹੋਏ। ਸਤਿ ਸ੍ਰੀ ਅਕਾਲ।